ਹਰ ਰਾਏ ਨਾਮੋ ਕਰ ਜੋਰੇ, ਨਾਮੋ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਭਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਊਦਧਾ, ਬੰਦਾਂ ਕਰ ਅਨੁਰਾਗਾ। ਏਕੰਕਾਰਾ ਸਤਿਗੁਰੂ, ਤਹਿ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ। ਅਗਲੀ ਕਹੀ ਪ੍ਰਭਾਤ ਜਬ, ਸੌਚ ਸਮੇਤ ਇਸ਼ਨਾਨ। ਕਰ ਬੈਠੇ ਸ੍ਰੀ ਸਤਿਗੁਰੂ, ਜਿਨ ਦਰਸ਼ਨ ਸੁਖ ਖਾਨ। ਅਗਲੀ ਭਾਈ ਪ੍ਰਭਾਤ ਜਬ, ਸੌਚ ਸਮੇਤ ਇਸ਼ਨਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆ ਕੇ ਮਾਣ ਸਤਿਗੁਰੂ, ਨੇ ਤਾਣਿਆ ਕੇ ਤਾਣ ਸਤਿਗੁਰੂ। ਨੇ ਓਟਿਆਂ ਕੀ ਓਟ ਸਤਿਗੁਰੂ, ਨੇ ਆਸਰਿਆਂ ਕੇ ਆਸਰੇ। ਧੰਨ ਧੰਨ ਜੁਗਾਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ। ਹਾਲਤ ਪਲਟ ਕੇ ਰੱਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬੇ ਕਮਾਲ ਧੰਨ ਦਸਮੇਸ਼ ਪਿਤਾ ਸਰਬੰਸਦਾਨੀ ਸਤਿਗੁਰੂ ਅੰਮ੍ਰਿਤ ਕੇ ਦਾਤੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਪਾਤਸ਼ਾਹ ਜੀ ਦਿੱਲੀ ਦੇ ਵਿੱਚ ਜੋਤ ਜਗਾ ਰਹੇ ਸਨ,
ਬਹੁਤ ਸਾਰੇ ਰੋਗੀ ਗੁਰੂ ਘਰ ਦੇ ਵਿੱਚ ਜਦੋਂ ਆਏ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਰੋਗੀਆਂ ਦਾ ਰੋਗ ਖੰਡਨ ਕਰਨਾ ਕੀਤਾ, ਦੁਖੀਆਂ ਦਾ ਸੋਗ ਸਤਿਗੁਰੂ ਮਹਾਰਾਜ ਜੀ ਨੇ ਮਿਟਾਉਣਾ ਕੀਤਾ। ਇਸ ਕਰਕੇ ਸਾਧ ਸੰਗਤ ਜੀ, ਦਿੱਲੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਬਹੁਤ ਜ਼ਿਆਦਾ ਜਸ ਹੋ ਰਿਹਾ ਸੀ। ਇਹ ਗੱਲ ਚੱਲਦੀ ਚੱਲਦੀ ਬਾਦਸ਼ਾਹ ਦੇ ਜਿਹੜੇ ਨਾਲ ਵਜ਼ੀਰ ਖਾਸ ਕਾਰਕੁਨ ਆਦਿਕ ਜੋ ਹਨ, ਉਹਨਾਂ ਨੂੰ ਜਦੋਂ ਪਤਾ ਚੱਲਿਆ ਤੇ ਉਹਨਾਂ ਨੇ ਔਰੰਗਜ਼ੇਬ ਨੂੰ ਵੀ ਕਿਹਾ ਕਿ ਔਰੰਗਜ਼ੇਬ, ਜਿਨ੍ਹਾਂ ਨੂੰ ਤੂੰ ਤੇ ਅਸੀਂ ਇਹੀ ਸਮਝਦੇ ਸੀ ਨਾ ਕਿ ਭਾਈ ਛੋਟੀ ਉਮਰ ਦੇ ਬਾਲਕ ਹਨ, ਨਾ ਸਮਝ ਬੱਚੇ ਹਨ ਕਰਕੇ, ਇਹ ਤਾਂ ਮਹਾਨ ਸਤਿਗੁਰੂ ਜੀ ਹਨ। ਉਹਨਾਂ ਦਾ ਜਸ ਸਾਰੇ ਦਿੱਲੀ ਦੇ ਵਿੱਚ ਫੈਲ ਚੁੱਕਿਆ ਹੈ। ਘਰ ਘਰ ਦੇ ਵਿੱਚ, ਦਰ ਦਰ ਦੇ ਵਿੱਚ ਸਤਿਗੁਰੂ ਮਹਾਰਾਜ ਜੀਆਂ ਦੀ ਕੀਰਤੀ ਹੋ ਰਹੀ ਹੈ, ਕਿਉਂਕਿ ਦਿੱਲੀ ਦੇ ਵਿੱਚ ਉਸ ਟਾਈਮ ਦੇ ਵਿੱਚ ਗੁਰਮੁਖੋ ਚੇਚਕ ਦੀ ਮਹਾਮਾਰੀ ਦਾ ਦੌਰ ਚੱਲ ਰਿਹਾ ਸੀ। ਤੇ ਜਦੋਂ ਸੰਗਤਾਂ ਨੂੰ ਪਤਾ ਚੱਲਿਆ ਕਿ ਜਿਹੜਾ ਵੀ ਗੁਰਮੁਖ ਪਿਆਰਾ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਦਾ, ਤੇ ਨਾਲ ਮਹਾਰਾਜ ਜੀ ਨੇ ਜੋ ਬਚਨ ਕੀਤਾ ਨਾ ਕਿ ਭਾਈ ਇਹ ਜਿਹੜਾ ਸਰੋਵਰ ਹੈ, ਇਹ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਵੱਧ ਤੋਂ ਵੱਧ ਜਪਜੀ ਸਾਹਿਬ ਜੀ ਦੇ ਪਾਠ ਕਰਨਾ ਕਰੋ, ਤੁਹਾਡੇ ਰੋਗ ਖਤਮ ਹੋ ਜਾਣਗੇ। ਇਸ ਤਰ੍ਹਾਂ ਹੀ ਜਦੋਂ ਆਮ ਲੋਕਾਂ ਨੇ, ਬਿਮਾਰਾਂ ਨੇ ਜਦੋਂ ਕਰਨਾ ਕੀਤਾ ਤੇ ਉਹਨਾਂ ਦੀ ਬਿਮਾਰੀ ਖਤਮ ਹੋ ਗਈ ਹੈ। ਇਸ ਤਰ੍ਹਾਂ ਸਰਕਾਰੀ ਦਰਬਾਰੀ ਵੀ ਜਦੋਂ ਮਹਾਰਾਜ ਜੀ ਦਾ ਜਸ ਹੋ ਰਿਹਾ, ਇਹ ਸੁਣ ਕਰਕੇ ਰਾਮ ਰਾਏ ਜੋ ਹੈ, ਜਿਹਨੂੰ ਈਰਖਾ ਦਾ ਸਾੜਾ ਲੱਗਿਆ ਹੋਇਆ, ਜੋ ਈਰਖਾ ਦੇ ਵਿੱਚ ਸੜ ਰਿਹਾ ਸੀ, ਈਰਖਾ ਦਵੈਸ਼ ਕਰਦਾ ਸੀ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਨਾਲ, ਉਹਦੇ ਮਨ ਦੇ ਵਿੱਚ ਆਇਆ ਕਿ ਮਨਾ, ਮੈਂ ਤਾਂ ਇਹਨਾਂ ਦੀ ਨਿਰਾਦਰੀ ਕਰਨ ਦੇ ਲਈ ਤੇ ਸਰਕਾਰ ਦੇ ਨਾਲ, ਬਾਦਸ਼ਾਹ ਦੇ ਨਾਲ ਇਹਨਾਂ ਦੀ ਟਕਰਾਹਟ ਬਣਾਉਣ ਦੇ ਲਈ ਮੈਂ ਇਹਨਾਂ ਨੂੰ ਇੱਥੇ ਬੁਲਾਉਣਾ ਕੀਤਾ, ਲੇਕਿਨ ਮੈਂ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਹੀ ਨਹੀਂ ਹੋਇਆ। ਇਹਦੇ ਨਾਲੋਂ ਤਾਂ ਇਹ ਉੱਥੇ ਹੀ ਰਹਿੰਦੇ ਤਾਂ ਵਧੀਆ ਹੁੰਦਾ। ਹੁਣ ਇੱਥੇ ਦਿੱਲੀ ਦੇ ਵਿੱਚ ਆ ਗਏ, ਇਹਨਾਂ ਦਾ ਬੜਾ ਜਸ ਹੋ ਰਿਹਾ, ਬੜੀ ਕੀਰਤੀ ਹੋ ਰਹੀ ਹੈ। ਮੈਨੂੰ ਮੰਨਣ ਵਾਲੇ ਮੇਰੇ ਚੇਲੇ ਬਾਲਕੇ ਵੀ ਜੋ ਹਨ, ਉਹ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸਿੱਖ ਬਣ ਰਹੇ, ਉਹਨਾਂ ਤੋਂ ਉਹਨਾਂ ਨੇ ਸਿੱਖੀ ਨੂੰ ਪ੍ਰਾਪਤ ਕਰਨਾ ਕੀਤਾ। ਮੈਨੂੰ ਮੰਨਣ ਵਾਲੇ ਘਟ ਰਹੇ ਹਨ, ਉਹਨਾਂ ਨੂੰ ਮੰਨਣ ਵਾਲੇ ਬਹੁਤ ਜ਼ਿਆਦਾ ਵੱਧ ਗਏ। ਜੇ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਇੱਥੇ ਮੇਰੀ ਮਨੌਤ ਘਟ ਜਾਵੇਗੀ, ਕੱਲ ਲੋਕਾਂ ਨੇ ਬਿਲਕੁਲ ਮੈਨੂੰ ਨਹੀਂ ਪੁੱਛਣਾ। ਇਸ ਤਰ੍ਹਾਂ ਉਹਦੇ ਮਨ ਵਿੱਚ ਜਦੋਂ ਆਇਆ, ਉਹਨੇ ਫਿਰ ਤੋਂ ਬਹੁਤ ਜ਼ਿਆਦਾ ਈਰਖਾ ਕਰਨੀ ਕੀਤੀ, ਬੜਾ ਦਵੈਸ਼ ਕੀਤਾ। ਸਿਆਣਿਆਂ ਨੇ ਵੀ ਸਮਝਾਇਆ ਕਿ ਭਾਈ ਤੂੰ ਇੰਨਾ ਦਵੈਸ਼ ਕਿਉਂ ਕਰਦਾ, ਇੰਨਾ ਤੂੰ ਦੁੱਖ ਕਿਉਂ ਕਮਾਉਂਦਾ, ਤੂੰ ਨਹੀਂ ਆਪ ਉਹਨਾਂ ਨੂੰ ਸਦਨਾ ਕੀਤਾ। ਤੇ ਨਾਲ ਔਰੰਗਜ਼ੇਬ ਨੇ ਵੀ ਕਿਹਾ ਕਿ ਉਹ ਤਾਂ ਸਾਨੂੰ ਮਿਲਣਾ ਵੀ ਨਹੀਂ ਚਾਹੁੰਦੇ। ਤੇ ਔਰੰਗਜ਼ੇਬ ਨੇ ਕਿਹਾ, ਰਾਮ ਰਾਏ, ਜੋ ਤੇਰਾ ਰੁਤਬਾ ਨਾ ਸਰਕਾਰੀ ਦਰਬਾਰੀ, ਉਹ ਤੇਰਾ ਹੀ ਰਹੇਗਾ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ ਕਿ ਭਾਈ ਅਸੀਂ ਬਾਦਸ਼ਾਹ ਨੂੰ ਨਹੀਂ ਮਿਲਣਾ ਹੈ। ਪਿਤਾ ਸਤਿਗੁਰੂ ਮਹਾਰਾਜ ਜੀ ਨੇ ਜੋ ਬਚਨ ਕੀਤਾ, ਕੋਈ ਬਚਨਾਂ ਦੇ ਉੱਤੇ ਅਸੀਂ ਚੱਲਣਾ, ਇਹਨੂੰ ਨਹੀਂ ਮਿਲਣਾ, ਇਹਨੂੰ ਦਰਸ਼ਨ ਨਹੀਂ ਦੇਣੇ। ਸਾਡਾ ਤਾਂ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਅਸੀਂ ਤਾਂ ਤੇਰੇ ਨਾਲ ਹੀ ਆਪਣਾ ਸੰਬੰਧ ਰੱਖਦੇ ਹਾਂ। ਫਿਰ ਤੂੰ ਕਿਉਂ ਈਰਖਾ ਕਰ ਰਿਹਾ? ਚੱਲ ਛੱਡ ਦੇ, ਹੈ ਤਾਂ ਉਹ ਤੇਰੇ ਸਕੇ ਛੋਟੇ ਭਰਾ ਹਨ, ਉਮਰ ਕਰਕੇ ਵੀ ਬੜੇ ਛੋਟੇ ਹਨ, ਵਿਅਰਥ ਦੇ ਵਿੱਚ ਤੂੰ ਈਰਖਾ ਕਿਉਂ ਕਮਾ ਰਿਹਾ? ਫਿਰ ਵੀ ਸਾਧ ਸੰਗਤ ਜੀ, ਇਹ ਬੜਾ ਬੇਚੈਨ ਹੋ ਰਿਹਾ, ਬਹੁਤ ਇਹਨੂੰ ਈਰਖਾ ਦੀ ਅੱਗ ਲੱਗੀ ਹੋਈ ਹੈ। ਇੰਨੇ ਲੋਕਾਂ ਨੇ, ਸਿਆਣਿਆਂ ਨੇ ਵੀ ਜਦੋਂ ਸਮਝਾਇਆ, ਫਿਰ ਵੀ ਆਖੇ ਨਹੀਂ ਲੱਗਦਾ। ਤੇ ਗੁੱਸੇ ਦੇ ਵਿੱਚ ਆ ਕਰਕੇ ਇਹਨੇ ਕੋਈ ਪਰਵਾਹ ਨਹੀਂ ਕੀਤੀ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਇਹਨੇ ਸ਼ਰਾਪ ਦਾ ਬਚਨ ਜਿਹੜਾ ਉਚਾਰਨ ਕੀਤਾ। ਜਦੋਂ ਲੋਕਾਂ ਨੇ, ਸਰਕਾਰੀ ਦਰਬਾਰੀ ਜਿਹੜੇ ਬਾਦਸ਼ਾਹ ਦੇ ਵਜ਼ੀਰ ਖਾਸ ਆਦਿਕ ਸਨ, ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਉਹ ਵਡਿਆਈ ਕਰ ਰਹੇ ਸੀ ਤੇ ਇਹਨੇ ਕਹਿ ਦਿੱਤਾ, ਐਵੇਂ ਭਾਈ ਤੁਸੀਂ ਉਹਨਾਂ ਦੀ ਵਡਿਆਈ ਕਰਦੇ ਹੋ, ਤਾਂ ਨਿਆਣੇ ਬਾਲਕ ਹਨ, ਛੋਟੇ ਹਨ, ਤੇ ਹੁਣ ਤੋਂ ਹੀ ਉਹਨਾਂ ਨੂੰ ਚੇਚਕ ਦੀ ਬਿਮਾਰੀ ਲੱਗ ਗਈ ਹੈ। ਇਹ ਬਿਮਾਰੀ ਤੋਂ ਬਚ ਨਹੀਂ ਸਕਦੇ, ਇਸ ਤੋਂ ਪਹਿਲੇ ਇਹ ਬਿਮਾਰੀ ਨਹੀਂ ਆਈ, ਪਹਿਲੀ ਵਾਰੀ ਉਹਨਾਂ ਨੂੰ ਬਿਮਾਰੀ ਆਈ। ਤੇ ਮੈਂ ਤੁਹਾਨੂੰ ਕਹਿ ਰਿਹਾ ਹਾਂ, ਇਹ ਬਿਮਾਰੀ ਕਰਕੇ ਇਹਨਾਂ ਦਾ ਕਾਲ ਹੋ ਜਾਵੇਗਾ। ਅਸਲ ਵਿੱਚ ਗੁਰਮੁਖੋ ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ ਕਿ ਜਦੋਂ ਇਹ ਦੁਖੀ ਲੋਕ ਆਏ ਸਨ, ਚੇਚਕ ਦੀ ਮਹਾਮਾਰੀ ਲੈ ਕਰਕੇ ਆਏ,
ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਇਹ ਬਿਮਾਰੀ ਤੋਂ ਸਾਨੂੰ ਬਚਾਓ। ਤਾਂ ਸਤਿਗੁਰੂ ਮਹਾਰਾਜ ਜੀ ਨੇ ਉਹ ਸਾਰੀ ਬਿਮਾਰੀ ਆਪਣੇ ਤਨ ਦੇ ਉੱਤੇ ਹੰਡਾਉਣੀ ਕੀਤੀ ਤੇ ਉਹਨਾਂ ਨੂੰ ਸੁਖ ਦਾ ਦਾਨ ਦੇਣਾ ਕੀਤਾ। ਇਹ ਗੱਲ ਵੱਖਰੀ ਹੈ, ਲੇਕਿਨ ਇਹਨੇ ਉਹੀ ਮੁੱਦਾ ਬਣਾ ਕਰਕੇ ਕਹਿਣ ਲੱਗਾ ਕਿ ਛੋਟੀ ਉਮਰ ਦੇ ਵਿੱਚ ਜਿਨ੍ਹਾਂ ਨੂੰ ਬੜੇ ਵਿਘਨ ਪੈ ਗਏ, ਬਿਮਾਰ ਹੋ ਗਏ, ਹੁਣ ਬਿਮਾਰੀ ਦੇ ਨਾਲ ਬਚਣਾ ਨਹੀਂ ਹੈ। ਥੋੜ੍ਹੇ ਕੁ ਦਿਨਾਂ ਦੇ ਵਿੱਚ ਜੋ ਰਾਮ ਰਾਏ ਨੇ ਬਚਨ ਕੀਤਾ, ਉਹਦੀ ਤਰਜ਼ਬਾਨੀ ਦਾਸ ਕਰ ਰਿਹਾ। ਉਹਨੇ ਕਹਿ ਦਿੱਤਾ ਕਿ ਭਾਈ ਥੋੜ੍ਹੇ ਕੁ ਦਿਨਾਂ ਦੇ ਵਿੱਚ ਇਹਨਾਂ ਨੇ ਮਰ ਜਾਣਾ, ਇਹਨਾਂ ਨੇ ਰਹਿਣਾ ਨਹੀਂ ਹੈ। ਐਵੇਂ ਤੁਸੀਂ ਉਹਨਾਂ ਨੂੰ ਗੁਰੂ ਮੰਨਦੇ ਹੋ, ਅਸਲੀ ਤਾਂ ਗੁਰੂ ਮੈਂ ਹਾਂ, ਮੇਰੀ ਪੂਜਾ ਕਰਨਾ ਕਰੋ। ਫਿਰ ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਲੋਕ, ਦੋ ਪੱਖ ਹੁੰਦੇ ਹੀ ਹਨ। ਚੰਗਾ ਵੀ ਪੱਖ ਹੁੰਦਾ, ਮਾੜਾ ਵੀ ਪੱਖ ਹੁੰਦਾ। ਇਸ ਤਰ੍ਹਾਂ ਹੁਣ ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਫੁੱਟ ਪੈ ਗਈ। ਕਈ ਸਿੱਖ ਕਹਿੰਦੇ ਕਿ ਭਾਈ ਰਾਮ ਰਾਏ ਅਸਲੀ ਗੁਰੂ ਹੈ, ਕੋਈ ਕਹਿੰਦਾ ਕਿ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਅਸਲੀ ਗੁਰੂ ਹਨ। ਇਹਨਾਂ ਨੂੰ ਪਿਤਾ ਸਤਿਗੁਰੂ ਮਹਾਰਾਜ ਜੀ ਨੇ ਗੁਰਤਾ ਗੱਦੀ ਨਸ਼ੀਨੀ ਕਰਨਾ ਕੀਤਾ, ਗੁਰਤਾ ਗੱਦੀ ਦੇ ਉੱਤੇ ਬਿਠਾਉਣਾ ਕੀਤਾ। ਆਪਸ ਦੇ ਵਿੱਚ ਹੀ ਸਿੱਖਾਂ ਦੇ ਵਿੱਚ ਝਗੜਾ ਪੈ ਰਿਹਾ, ਕਲੇਸ਼ ਪੈ ਰਿਹਾ। ਇਹ ਇਤਿਹਾਸ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਬਹੁਤ ਸਤਿਕਾਰ ਦੇ ਨਾਲ ਸਰਵਣ ਕਰਨਾ ਕੀਤਾ। ਨਾਲ ਸਾਧ ਸੰਗਤ ਜੀ, ਅੱਜ ਦਾ ਜਿਹੜਾ ਜੋ ਪਾਵਨ ਦਿਹਾੜਾ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਨਸ਼ੀਨੀ ਵਾਲਾ ਦਿਹਾੜਾ ਆਪਾਂ ਬਹੁਤ ਸਤਿਕਾਰ ਭਾਵਨਾ ਦੇ ਨਾਲ ਮਨਾ ਰਹੇ ਹਾਂ। ਮਹਾਰਾਜ ਜੀ ਨੇ ਬਚਨ ਕੀਤਾ, ਨਾ ਕਿ ਸਿੱਖਾਂ ਪੁੱਤਰਾਂ ਭੋਖ ਕੈ ਸਭ ਉਮਤ ਵੇਖੋ ਜੇ ਕੀਓਨ, ਜਾਂ ਸੁਧੋਸ ਤਾਂ ਲਹਿਣਾ ਟਿਕਿਓ ਨਾ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ, ਪੁੱਤਰਾਂ ਨੂੰ ਘੋਖਣਾ ਕੀਤਾ, ਭਾਵ ਕਿ ਉਹਨਾਂ ਦੇ ਉੱਤੇ ਪਰਚੇ ਪਾਏ, ਉਹਨਾਂ ਦੀ ਪ੍ਰੀਖਿਆ ਲੈਣੀ ਕੀਤੀ ਹੈ। ਲੇਕਿਨ ਜਦੋਂ ਸੋਧਾ ਲਾਇਆ ਗਿਆ, ਜਦੋਂ ਇਹ ਪਰਚਾ ਪਾਇਆ ਗਿਆ ਤਾਂ ਲਹਿਣਾ ਟਿਕਿਓ ਨਾ। ਤਾਂ ਬਾਬਾ ਲਹਿਣਾ ਜੀ, ਭਾਵ ਕਿ ਸਾਧ ਸੰਗਤ ਜੀ, ਮਾਤਾ ਪਿਤਾ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਨਾਮ ਜਿਹੜਾ ਬਾਬਾ ਲਹਿਣਾ ਜੀ ਰੱਖਣਾ ਕੀਤਾ। ਤੇ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਦੇ ਦੋਵੇਂ ਨਾਮ ਦਰਜ ਹਨ। ਬਾਬਾ ਲਹਿਣਾ ਜੀ ਕਰਕੇ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਨਾਮ ਆਉਂਦਾ, ਤੇ ਅੰਗਦ ਦੇਵ ਜੀ ਮਹਾਰਾਜ ਵੀ ਕਰਕੇ ਇਹ ਵੀ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਮਾਤਾ ਪਿਤਾ ਨੇ ਬਾਬਾ ਲਹਿਣਾ ਜੀ ਨਾਮ ਰੱਖਿਆ, ਤੇ ਅੰਗਦ ਜਿਹੜਾ ਨਾਮ ਜੋ ਹੈ ਇਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਆਪਣੇ ਅੰਗ ਦੇ ਨਾਲ ਲਾਇਆ ਤੇ ਮਹਾਰਾਜ ਜੀ ਨੇ ਤਖੱਲਸ ਦਿੱਤਾ, ਕਿਹਾ ਕਿ ਅੱਜ ਤੋਂ ਤੂੰ ਮੇਰਾ ਅੰਗਦ ਹੈ, ਮੇਰਾ ਅੱਧਾ ਅੰਗ ਹੈ, ਤੇ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਜੋ ਇਹਨਾਂ ਨੂੰ ਲਾਗ ਲੱਗੀ ਸੀ ਨਾ ਸਾਧ ਸੰਗਤ ਜੀ, ਤੇ ਵਣਜ ਵਿਆਪਾਰ ਕਰ ਰਹੇ ਸਨ, ਤੇ ਉਸ ਵੇਲੇ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ ਇਤਿਹਾਸ ਦੇ ਵਿੱਚ ਜਿਹਦਾ ਨਾਮ ਭਾਈ ਜੋਧ ਕਰਕੇ ਆਇਆ, ਭਾਈ ਜੋਧ ਜਿਹੜਾ ਹੈ ਉਹ ਗੁਰਬਾਣੀ ਦਾ ਗਾਇਨ ਕਰ ਰਿਹਾ ਸੀ ਕਿ ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਤੇ ਇਹ ਜਦੋਂ ਸ਼ਬਦ ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਰ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੈ ਉਪਰ ਘਾਲੀਐ। ਇਹ ਸ਼ਬਦ ਦਾ ਜਦੋਂ ਗਾਇਨ ਕਰ ਰਹੇ ਸਨ, ਬਾਬਾ ਲਹਿਣਾ ਜੀ ਨੇ ਜਦੋਂ ਇਹਨੂੰ ਸਰਵਣ ਕਰਨਾ ਕੀਤਾ, ਬੜਾ ਆਨੰਦ ਆਇਆ। ਫਿਰ ਕਿਹਾ, ਭਾਈ ਜੋਧ, ਇਹ ਜਿਹੜੀ ਬਾਣੀ ਹੈ, ਇਹ ਜੋ ਤੂੰ ਕਲਾਮ ਪੜ੍ਹ ਰਿਹਾ, ਫਿਰ ਤੋਂ ਇਹਦਾ ਗਾਇਨ ਕਰਨਾ ਕਰ, ਬੜਾ ਆਨੰਦ, ਬੜਾ ਰਸ ਆ ਰਿਹਾ। ਫਿਰ ਤੋਂ ਭਾਈ ਜੋਧ ਨੇ ਸ਼ਬਦ ਦਾ ਗਾਇਨ ਕਰਨਾ ਕੀਤਾ। 2-3 ਵਾਰੀ ਜਦੋਂ ਗਾਇਨ ਕੀਤਾ, ਮਹਾਰਾਜ ਜੀ ਨੂੰ ਰਾਜ ਨਹੀਂ ਆ ਰਿਹਾ। ਇੰਨਾ ਸਾਧ ਸੰਗਤ ਜੀ ਰਸ ਆਇਆ, ਇੰਨੇ ਆਨੰਦਿਤ ਹੋਏ, ਤੇ ਬਚਨ ਕੀਤੋਂ ਨੇ ਕਿਹਾ ਕਿ ਭਾਈ ਜੋਧ, ਇਹ ਬਾਣੀ, ਇਹ ਕਲਾਮ ਕਿਹਦਾ ਹੈ? ਭਾਈ ਜੋਧ ਨੇ ਕਿਹਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਕਲਾਮ ਹੈ। ਤੇ ਫਿਰ ਪੁੱਛਿਆ ਕਿ ਇਹ ਕਿੱਥੇ ਰਹਿੰਦੇ ਹਨ, ਕਿੱਥੇ ਇਹਨਾਂ ਦਾ ਨਿਵਾਸ ਅਸਥਾਨ ਹੈ? ਭਾਈ ਜੋਧ ਨੇ ਕਿਹਾ ਕਿ ਇਹ ਤਾਂ ਪਹਿਲੇ ਉਦਾਸੀਆਂ ਦੇ ਵਿੱਚ ਜਗਤ ਜਲੰਦੇ ਨੂੰ ਤਾਰ ਰਹੇ ਸਨ, ਹੁਣ ਇੱਥੇ ਇਹਨਾਂ ਨੇ ਆਪਣਾ ਸ਼ਹਿਰ ਵਸਾਉਣਾ ਕੀਤਾ, ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ। ਇੱਥੇ ਮਹਾਰਾਜ ਜੀ ਦਾ ਨਿਵਾਸ ਅਸਥਾਨ ਡੇਰਾ ਹੈ।
ਜੇ ਦਰਸ਼ਨ ਕਰਨਾ ਉਸ ਪਾਸੇ ਜਾਓ। ਫਿਰ ਪਾਤਸ਼ਾਹ ਜੀ ਨੇ ਪੁੱਛਿਆ ਕਿੱਥੇ ਵੱਜਦਾ? ਭਾਈ ਜੋਤ ਨੇ ਕਿਹਾ ਕਿ ਹਰ ਸਾਲ ਤੁਸੀਂ ਜੋਤਾਂ ਵਾਲੀ ਜਵਾਲਾ ਦੇਵੀ ਦੇ ਦਰਸ਼ਨ ਕਰਦੇ ਹੋ। ਇੱਕ ਰਾਸਤਾ ਜਿਹੜਾ ਹੈ ਇਹ ਦੂਜੇ ਪਾਸੋਂ ਦੀ ਹੋ ਕਰਕੇ ਜਾਂਦਾ ਹੈ। ਇੱਥੋਂ ਵੀ ਤੁਸੀਂ ਜਾਓਗੇ ਕਰਤਾਰਪੁਰ ਸਾਹਿਬ ਦੇ ਰਾਹੀਂ ਵੀ, ਤਾਂ ਵੀ ਤੁਸੀਂ ਜਵਾਲਾ ਦੇਵੀ ਦੇ ਦਰਸ਼ਨ ਕਰ ਸਕਦੇ ਹੋ। ਤੇ ਜਾਂਦੇ ਜਾਂਦੇ ਮਹਾਰਾਜ ਜੀ ਦੇ ਵੀ ਦਰਸ਼ਨ ਕਰ ਲਿਓ, ਕਿਉਂਕਿ ਗੁਰਮੁਖੋ ਯਾਦ ਰੱਖੋ, ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਉਹਨਾਂ ਨੂੰ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪ੍ਰਾਪਤੀ ਨਹੀਂ ਹੋਈ ਸੀ, ਉਸ ਤੋਂ ਪਹਿਲੇ ਉਹ ਦੇਵੀ ਦੇ ਉਪਾਸ਼ਕ ਸਨ। ਜੋ ਜਵਾਲਾ ਦੇਵੀ ਹੈ, ਜਵਾਲਾ ਦੇਵੀ ਦੇ ਇਹ ਉਪਾਸ਼ਕ ਸੀ। ਸੰਗਤਾਂ ਦਾ ਸੰਗ ਲੈ ਕਰਕੇ, ਜਥਾ ਲੈ ਕਰਕੇ, ਪੈਰ ਵਿੱਚ ਘੁੰਗਰੂ ਬਣ ਕਰਕੇ, ਦੁਤਾਰਾ ਲੈ ਕਰਕੇ, ਫਿਰ ਤੇ ਕਮਲੀ ਮੋਢੇ ਵਿੱਚ ਪਾ ਕਰਕੇ, ਖੁੰਡਾ ਲੈ ਕਰਕੇ, ਸੰਗਤਾਂ ਦੇ ਆਗੂ ਬਣ ਕਰਕੇ ਇਹ ਜਵਾਲਾ ਦੇ ਹਰ ਸਾਲ ਦਰਸ਼ਨ ਦਿਦਾਰੇ ਕਰਨ ਦੇ ਲਈ ਸੰਗਤਾਂ ਨੂੰ ਲੈ ਕੇ ਜਾਇਆ ਕਰਦੇ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਮਨ ਵਿੱਚ ਆਇਆ ਕਿ ਮਨਾ ਐਤਕੀ ਆਪਾਂ ਇਸ ਪਾਸੋਂ ਦੀ ਚਲੀਏ, ਤੇ ਜਾ ਕਰਕੇ ਫਿਰ ਰਾਸਤੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੀ ਆਪਾਂ ਨੇ ਦਰਸ਼ਨ ਕਰਨਾ। ਦਰਸ਼ਨ ਕਰਕੇ ਅੱਗੇ ਜਵਾਲਾ ਦੇਵੀ ਦੇ ਕੋਲ ਚੱਲ ਜਾਣਾ। ਇਸ ਤਰ੍ਹਾਂ ਸੰਗਤਾਂ ਦਾ ਜਥਾ ਲੈ ਕਰਕੇ ਜਦੋਂ ਜਾ ਰਹੇ ਸਨ, ਜਦੋਂ ਕਰਤਾਰਪੁਰ ਸਾਹਿਬ ਆਇਆ ਤੇ ਕਰਤਾਰਪੁਰ ਸਾਹਿਬ ਜੀ ਦੇ ਬਾਰ-ਬਾਰ ਸਾਰੀਆਂ ਸੰਗਤਾਂ ਜਿਹੜੀਆਂ ਉਹਨਾਂ ਨੂੰ ਰੁਕਾ ਦਿੱਤਾ। ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਇੱਥੇ ਡੇਰਾ ਕਰਨਾ ਕਰੋ, ਪ੍ਰਸ਼ਾਦਾ ਪਾਣੀ ਛਕੋ। ਮੈਂ ਇੱਥੇ ਇੱਕ ਮਹਾਂਪੁਰਖ ਰਹਿੰਦੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ, ਮੈਂ ਉਹਨਾਂ ਦੇ ਦਰਸ਼ਨ ਕਰਕੇ ਆਵਾਂਗਾ, ਤੇ ਜਦੋਂ ਦਰਸ਼ਨ ਕਰਕੇ ਆਵਾਂਗਾ ਫਿਰ ਆਪਾਂ ਨੇ ਅੱਗੇ ਜਾਣਾ। ਸਾਧ ਸੰਗਤ ਜੀ ਇੰਜ ਕਹਿ ਕਰਕੇ ਘੋੜੀ ਤੇ ਚੜ੍ਹ ਕਰਕੇ ਜਦੋਂ ਸ਼ਹਿਰ ਦੇ ਵਿੱਚ ਕਰਤਾਰਪੁਰ ਸਾਹਿਬ ਜੀ ਦੇ ਵਿੱਚ ਪ੍ਰਵੇਸ਼ ਕਰ ਰਹੇ ਸਨ, ਕੀ ਤੱਕਦੇ ਕਿ ਅੱਗੇ ਇੱਕ ਬਜ਼ੁਰਗ ਬਾਬਾ ਜੀ ਜਿਹੜੇ ਖੜੋਤੇ ਹੋਏ, ਉਹਨਾਂ ਨੂੰ ਪੁੱਛਣਾ ਕੀਤਾ ਕਿ ਬਾਬਾ ਜੀ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਦਰ ਘਰ ਕਿੱਥੇ ਹੈ? ਤੇ ਉਸ ਵੇਲੇ ਉਸ ਬਜ਼ੁਰਗ ਬਾਬੇ ਨੇ ਕਿਹਾ ਕਿ ਬੇਟਾ ਗੁਰੂ ਨਾਨਕ ਦੇ ਦਰਸ਼ਨ ਕਰਨੇ। ਇਹਨਾਂ ਨੇ ਕਿਹਾ ਹਾਂ ਬਾਬਾ ਜੀ ਉਹਨਾਂ ਦੇ ਦਰਸ਼ਨ ਕਰਨੇ। ਉਸ ਬਜ਼ੁਰਗ ਬਾਬੇ ਨੇ ਕਿਹਾ ਕੋਈ ਗੱਲ ਨਹੀਂ ਹੈ, ਮੈਂ ਵੀ ਉਸ ਪਾਸੇ ਜਾ ਰਿਹਾ ਹਾਂ, ਮੈਂ ਤੁਹਾਨੂੰ ਨਾਲ ਲੈ ਕਰਕੇ ਚੱਲਦਾ। ਇੰਜ ਕਹਿ ਕਰਕੇ ਬਜ਼ੁਰਗ ਬਾਬਾ ਜੀ ਨੇ ਤੇ ਘੋੜੇ ਦੀਆਂ ਵਾਗਾਂ ਜਿਹੜੀਆਂ ਉਹਨੂੰ ਫੜ ਲਿਆ। ਫੜ ਕਰਕੇ ਬੜੇ ਪ੍ਰੇਮ ਦੇ ਨਾਲ ਲੈ ਕਰਕੇ ਆਏ ਤੇ ਕਿਹਾ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅਸਥਾਨ ਹੈ, ਇਹਨਾਂ ਦੀ ਧਰਮਸਾਲ ਹੈ, ਤੁਸੀਂ ਜਾਓ ਉੱਥੇ ਦੀਵਾਨ ਜਿਹੜਾ ਨਾ ਉੱਥੇ ਬੈਠ ਜਾਓ, ਤੇ ਥੋੜੇ ਕੋ ਦਿਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆ ਜਾਣਗੇ, ਉਹਨਾਂ ਦੇ ਦਰਸ਼ਨ ਕਰਨਾ ਕਰੋ। ਇੰਜ ਕਹਿ ਕਰਕੇ ਜਦੋਂ ਇਹ ਘੋੜੀ ਤੋਂ ਉਤਰੇ, ਬਾਬਾ ਲੈਣਾ ਜੀ ਨੇ ਉਸ ਬਜ਼ੁਰਗ ਬਾਬੇ ਦਾ ਧੰਨਵਾਦ ਕੀਤਾ ਕਿ ਆਪ ਜੀ ਦਾ ਮੈਂ ਸ਼ੁਕਰਗੁਜ਼ਾਰ ਹਾਂ, ਆਪ ਜੀ ਮੈਨੂੰ ਇੱਥੋਂ ਤੱਕ ਲੈ ਕਰਕੇ ਆਏ ਹੋ। ਫਿਰ ਜਾ ਕਰਕੇ ਸਾਧ ਸੰਗਤ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਉੱਥੇ ਦੀਵਾਨ ਦੇ ਵਿੱਚ ਬੈਠ ਗਏ, ਦੂਜੇ ਪਾਸੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਫਿਰ ਆ ਕਰਕੇ ਜਦੋਂ ਗੁਰਤਾ ਗੱਦੀ ਦੇ ਉੱਤੇ ਸ਼ੁਭਾਏਮਾਨ ਹੋਏ, ਮੰਜੀ ਦੇ ਉੱਤੇ ਵਿਰਾਜਮਾਨ ਹੋਏ, ਵੇਖ ਕਰਕੇ ਬਾਬਾ ਲੈਣਾ ਜੀ ਦੰਗ ਹੋ ਗਏ, ਗਦਗਦ ਹੋ ਗਏ। ਉਹਨਾਂ ਦੇ ਪੈਰਾਂ ਦੇ ਹੇਠੋਂ ਧਰਤੀ ਨਿਕਲ ਗਈ। ਇੰਨੇ ਪਰੇਸ਼ਾਨ ਹੋ ਗਏ ਕਿ ਭਾਈ ਇਹ ਤਾਂ ਉਹੀ ਬਜ਼ੁਰਗ ਬਾਬਾ ਜੀ ਹਨ ਜਿਨ੍ਹਾਂ ਨੇ ਮੈਨੂੰ ਇੱਥੇ ਲੈ ਕੇ ਆਉਣਾ ਕੀਤਾ, ਜਿਨ੍ਹਾਂ ਨੂੰ ਮੈਨੇ ਪਤਾ ਪੁੱਛਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨੇ, ਇਹ ਔਰ ਕੋਈ ਨਹੀਂ, ਇਹ ਖੁਦ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ। ਤੇ ਮਨ ਦੇ ਵਿੱਚ ਇਹ ਵੀ ਭਾਵਨਾ ਆਈ ਕਿ ਮਨਾ ਮੇਰੇ ਤੋਂ ਤਾਂ ਬਹੁਤ ਵੱਡੀ ਅਵਗਿਆ ਹੋ ਗਈ ਹੈ, ਮੈਂ ਇਹਨਾਂ ਦੇ ਦਰਸ਼ਨ ਕਰਨ ਦੇ ਲਈ ਆਇਆ ਤੇ ਮੈਂ ਇਹਨਾਂ ਨੂੰ ਪਹਿਚਾਣ ਨਹੀਂ ਸਕਿਆ। ਮਨ ਭਰ ਕੇ ਆਇਆ, ਗਦਗਦ ਹੋ ਗਿਆ, ਭੱਜ ਕੇ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਣਾ ਕੀਤਾ। ਕਿਹਾ ਪਾਤਸ਼ਾਹ ਜੀਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ, ਕਿਰਪਾ ਕਰੋ, ਇਹ ਮੇਰਾ ਅਪਰਾਧ ਆਪ ਜੀ क्षमा ਕਰਨਾ ਕਰੋ। ਮਹਾਰਾਜ ਮੈਂ ਤਾਂ ਅਣਜਾਣ ਸੀ, ਮੈਨੂੰ ਨਹੀਂ ਪਤਾ ਸੀ, ਜੇ ਮੈਨੂੰ ਪਤਾ ਹੁੰਦਾ ਕਿ ਜੇ ਸਤਿਗੁਰਾਂ ਦੇ ਮੈਂ ਦਰਸ਼ਨ ਕਰਨ ਦੇ ਲਈ ਆਇਆ ਉਹ ਤੁਸੀਂ ਹੋ ਤੇ ਇਹ ਅਵਗਿਆ ਮੇਰੇ ਤੋਂ ਨਹੀਂ ਹੋ ਸਕਦੀ। ਲੇਕਿਨ ਸਤਿਗੁਰੂ ਮਹਾਰਾਜ ਆਪ ਜੀ ਨੂੰ ਤਾਂ ਪਤਾ ਸੀ ਨਾ। ਜਦੋਂ ਮੈਨੇ ਆਪ ਜੀ ਨੂੰ ਬੇਨਤੀ ਕੀਤੀ ਤੇ ਆਪ ਨੇ ਕਿਉਂ ਨਹੀਂ ਕਿਹਾ ਕਿ ਬੇਟਾ ਮੈਂ ਹੀ ਹਾਂ ਗੁਰੂ ਨਾਨਕ ਜਿਨ੍ਹਾਂ ਦੇ ਤੂੰ ਦਰਸ਼ਨ ਦਿਦਾਰੇ ਕਰਨ ਦੇ ਲਈ ਆਇਆ। ਆਪ ਜੀ ਤਾਂ ਕਹਿ ਸਕਦੇ ਸੀ।
ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਬੇਟਾ ਜਿਹੜੇ ਮਾਲਕ ਹੁੰਦੇ ਹਨ ਉਹ ਘੋੜੇ ਤੇ ਚੜ ਕੇ ਆਉਂਦੇ ਹਨ, ਲੈਣਦਾਰ ਜਿਹੜਾ ਹੈ ਉਹ ਘੋੜੇ ਤੇ ਚੜ ਕੇ ਆਉਂਦਾ, ਦੇਣਦਾਰ ਜਿਹੜੇ ਹਨ ਅਗਲਵੰਡੀ ਜਾ ਕਰਕੇ ਉਹਨਾਂ ਦਾ ਸਤਿਕਾਰ ਸਨਮਾਨ ਕਰਦੇ ਹਨ। ਮਹਾਰਾਜ ਨੇ ਕਿਹਾ ਤੂੰ ਇਸ ਦਰ ਘਰ ਦਾ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ। ਇਤਿਹਾਸਕਾਰ ਇਹ ਵੀ ਕਹਿੰਦੇ ਕਿ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਹਾਲੇ ਕਰਤਾਰਪੁਰ ਸਾਹਿਬ ਜੀ ਦੇ ਵਿੱਚ ਨਹੀਂ ਆਏ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਘਰ ਵਿੱਚ ਤਿਆਰ ਪਰ ਤਿਆਰ ਹੋ ਕਰਕੇ ਸ਼ਹਿਰ ਦੇ ਬਾਹਰ ਜਾ ਰਹੇ ਸਨ ਤੇ ਉਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀਓ ਆਪ ਜੀ ਕਿੱਥੇ ਜਾ ਰਹੇ ਹੋ? ਤੇ ਮਹਾਰਾਜ ਨੇ ਕਿਹਾ ਕਿ ਭਾਈ ਇਸ ਦਰ ਘਰ ਦਾ ਮਾਲਕ ਜਿਹੜਾ ਹੈ, ਇਸ ਦਰ ਘਰ ਦਾ ਮਾਲਕ ਆਉਣ ਵਾਲਾ, ਮੈਂ ਅਗਲਵੰਡੀ ਜਾ ਕਰਕੇ ਉਹਦਾ ਸਤਿਕਾਰ ਸਨਮਾਨ ਦੇ ਨਾਲ ਉਹਨਾਂ ਨੂੰ ਲਿਆਉਣ ਦੇ ਲਈ ਮੈਂ ਜਾ ਰਿਹਾ ਹਾਂ। ਕਿਉਂਕਿ ਮਹਾਰਾਜ ਨੂੰ ਪਤਾ ਕਿ ਅੱਗੇ ਇਹਨਾਂ ਦੇ ਸਰੀਰ ਦੇ ਵਿੱਚ ਸਾਡੀ ਜੋਤ ਨੇ ਟਿਕਣਾ ਹੈ, ਇਸ ਚਵਰ ਛਤਰ ਤਖਤ ਦੇ ਇਹ ਮਾਲਕ ਹੋਣਗੇ। ਮਹਾਰਾਜ ਨੇ ਜਦੋਂ ਇਹ ਬਚਨ ਕੀਤਾ ਫਿਰ ਇੰਨੇ ਗਦਗਦ ਹੋ ਗਏ ਤੇ ਇਸ ਤੋਂ ਪਹਿਲਾਂ ਸਾਧ ਸੰਗਤ ਜੀ ਦੇਵੀ ਦੀ ਉਪਾਸਨਾ ਕਰਦੇ ਸਨ, ਲੇਕਿਨ ਅੱਜ ਮਨ ਵਿੱਚ ਆ ਗਿਆ ਕਿ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਪਿਆ ਪ੍ਰਗਾਸਾ, ਕੋਏ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਮਨ ਵਿੱਚ ਇੰਨਾ ਭਰੋਸਾ ਆ ਗਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮਤੁਲ ਕੋਈ ਵੀ ਨਹੀਂ ਹੈ। ਤੁਰੰਤ ਫਿਰ ਸ਼ਹਿਰ ਦੇ ਬਾਹਰ ਗਏ ਤੇ ਉਹਨਾਂ ਸੰਗੀਆਂ ਨੂੰ ਕਹਿ ਦਿੱਤਾ ਕਿ ਭਾਈ ਅੱਜ ਤੋਂ ਮੈਨੇ ਦੇਵੀ ਦੀ ਉਪਾਸਨਾ ਕਰਨੀ ਛੱਡ ਦਿੱਤੀ ਹੈ, ਕਿਉਂਕਿ ਅੱਜ ਮੈਨੂੰ ਪੂਰਾ ਗੁਰੂ ਪ੍ਰਾਪਤ ਹੋ ਗਿਆ। ਜਦੋਂ ਨਿਗਰਾ ਸੀ ਤੇ ਮੈਂ ਉੱਥੇ ਜਾਂਦਾ ਸੀ, ਅੱਜ ਮੈਂ ਗੁਰੂ ਵਾਲਾ ਬਣ ਗਿਆ, ਮੈਨੂੰ ਨਿਥਾਵੇ ਨੂੰ ਥਾਂ ਪ੍ਰਾਪਤ ਹੋ ਗਈ ਹੈ ਤੇ ਤੁਸੀਂ ਅੱਗੇ ਜਾਣਾ, ਅੱਗੇ ਜਾਓ। ਇੰਜ ਕਹਿ ਕਰਕੇ ਗੁਰੂ ਘਰ ਦੇ ਵਿੱਚ ਆਏ। ਬਹੁਤ ਸਾਰੀਆਂ ਇਹਨਾਂ ਨੇ ਸੇਵਾਵਾਂ ਕਰਨੀਆਂ ਕੀਤੀਆਂ। ਇੱਕ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਖੇਤੀ ਦੇ ਵਿੱਚ ਹਲ ਵਾਹ ਰਹੇ ਸਨ। ਬਾਬਾ ਲਹਿਣਾ ਜੀ ਆਏ, ਇਹਨਾਂ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਵੀ ਸੇਵਾ ਲਾਓ। ਪਾਤਸ਼ਾਹ ਜੀ ਨੇ ਕਿਹਾ ਕਿ ਆ ਖੇਤ ਦੇ ਵਿੱਚੋਂ ਨਦੀਨ ਜਿਹੜਾ ਵਾਧੂ ਘਾਹ ਜਿਹੜਾ ਉਹਨੂੰ ਪੁੱਟਣਾ ਕਰੋ, ਉਹਨੂੰ ਪਾਸੇ ਕਰ ਦਿਓ। ਤੇ ਫਿਰ ਕੀ ਕੀਤਾ ਕਿ ਉਹ ਜਿਹੜਾ ਨਦੀਨ ਕੱਢਣਾ ਕੀਤਾ, ਫਿਰ ਉਹਦੀ ਪੰਡ ਚੁੱਕ ਕਰਕੇ ਮਹਾਰਾਜ ਜੀ ਨੇ ਕਿਹਾ ਇਹ ਪੰਡ ਜਿਹੜੀ ਆ ਲੈ ਕਰਕੇ ਧਰਮਸਾਲ ਦੇ ਵਿੱਚ ਚੱਲਣਾ ਕਰੋ। ਤੇ ਜਦੋਂ ਉਹ ਨਦੀਨ ਜਿਹੜਾ ਕੱਚੀ ਨਦੀਨ ਸੀ, ਕੱਚਾ ਘਾਹ ਸੀ, ਉਹਦੀ ਪੰਡ ਬਣਾ ਕਰਕੇ ਸਿਰ ਦੇ ਉੱਤੇ ਚੁੱਕ ਕਰਕੇ ਜਦੋਂ ਗੁਰੂ ਘਰ ਦੇ ਵਿੱਚ ਆ ਰਹੇ ਸਨ, ਸਤਿਗੁਰੂ ਮਹਾਰਾਜ ਜੀ ਦੇ ਪਸ਼ਮੀਨੇ ਬਸਤਰ ਸਾਰੇ ਚਿੱਕੜ ਦੇ ਨਾਲ ਭਰ ਗਏ। ਤੇ ਮਾਤਾ ਜੀ ਨੇ ਬੇਨਤੀ ਕੀਤੀ, ਬਚਨ ਕੀਤਾ। ਮਾਤ ਸੁਲੱਖਣੀ ਜੀ ਨੇ ਕਿਹਾ ਕਿ ਪਾਤਸ਼ਾਹ ਜੀਓ ਇਹ ਕੀ ਆਪਨੇ ਭਾਣਾ ਵਰਤਾਇਆ, ਇਹ ਕਈ ਬਹੁਤ ਵੱਡੇ ਰਈਸ ਜਾਪਦੇ ਹਨ। ਆਪ ਜੀ ਨੇ ਇਹਨਾਂ ਨੂੰ ਸੇਵਾ ਦੇ ਉੱਤੇ ਲਾ ਦਿੱਤਾ, ਇਹਨਾਂ ਦੇ ਸਾਰੇ ਬਸਤਰ ਲਿਬੜ ਗਏ ਹਨ। ਤੇ ਮਹਾਰਾਜ ਨੇ ਕਿਹਾ ਕਿ ਤੁਹਾਨੂੰ ਲੱਗ ਰਿਹਾ ਕਿ ਇਹ ਬਸਤਰ ਲਿਬੜ ਗਏ। ਪਾਤਸ਼ਾਹ ਜੀ ਨੇ ਕਿਹਾ ਇਹ ਬਸਤਰ ਲਿਬੜੇ ਨਹੀਂ, ਇਹ ਤਾਂ ਅਸੀਂ ਚੰਦਨ ਦਾ ਤੇ ਕੇਸਰ ਦਾ ਛਿੜਕਾ ਕਰਨਾ ਕੀਤਾ। ਜੋ ਘਾਹ ਦੀ ਪੰਡ ਤੁਹਾਨੂੰ ਨਜ਼ਰ ਆ ਰਹੀ ਹੈ ਤੇ ਸਾਡੀ ਨਿਗਾਹ ਦੇ ਨਾਲ ਤੱਕਣਾ ਕਰੋ, ਘਾਹ ਦੀ ਪੰਡ ਨਹੀਂ ਹੈ, ਇਸ ਦਰ ਘਰ ਦਾ ਛਤਰ ਜਿਹੜਾ ਇਹਨਾਂ ਦੇ ਸਿਰ ਦੇ ਉੱਤੇ ਝੁੱਲਣ ਵਾਲਾ ਹੈ। ਤੇ ਬਚਨ ਕੀਤਾ ਨਾ ਝੁੱਲੈ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰਹੱਟੀਆ। ਫਿਰ ਬਹੁਤ ਪ੍ਰੀਖੀਆਂ ਸਤਿਗੁਰੂ ਮਹਾਰਾਜ ਜੀ ਨੇ ਬੜੇ ਪਰਚੇ ਪਾਏ। ਜਿਸ ਤਰ੍ਹਾਂ ਸਤਾ ਬਲਵੰਡ ਨੇ ਕਿਹਾ ਨਾ ਜਾਂ ਸੁਧੋਸ ਤਾਂ ਲਹਿਣਾ ਟਿਕਿਓ ਨਾ। ਜਦੋਂ ਮਹਾਰਾਜ ਜੀ ਨੇ ਸੋਦਾ ਪ੍ਰੀਖਿਆ ਲਈ, ਕਦੇ ਅੱਧੀ ਰਾਤ ਨੂੰ ਮਹਾਰਾਜ ਜੀ ਕਹਿੰਦੇ ਕਿ ਪੁਰਖਾ ਬਸਤਰ ਧੋ ਕਰਕੇ ਆਓ। ਸਾਰਿਆਂ ਨੇ ਇਨਕਾਰ ਕਰ ਦਿੱਤਾ। ਪਾਤਸ਼ਾਹ ਜੀ ਅੱਧੀ ਰਾਤ ਨੂੰ ਜਾ ਕਰਕੇ ਤੇ ਠਟਰਦੀ ਹੋਈ ਠੰਡ ਦੇ ਵਿੱਚ ਜਾ ਕਰਕੇ ਬਸਤਰ ਧੋ ਕੇ ਲਿਆਉਣੇ ਕੀਤੇ। ਕੰਧ ਜਦੋਂ ਗਿਰ ਗਈ, ਮਹਾਰਾਜ ਨੇ ਕਿਹਾ ਅੱਧੀ ਰਾਤ ਨੂੰ ਇਹਨੂੰ ਬਣਾਓ। ਮਿਸਤਰੀਆਂ ਨੇ ਵੀ, ਨੌਕਰਾਂ ਨੇ ਵੀ ਕਹਿ ਦਿੱਤਾ ਕਿ ਦਿਨ ਚੜ੍ਹਦੇ ਬਣਾਵਾਂਗੇ, ਲੇਕਿਨ ਪਾਤਸ਼ਾਹ ਜੀ ਨੇ ਹੁਕਮ ਦੀ ਅਦੂਲੀ ਨਹੀਂ ਕੀਤੀ। ਭਾਂਡਾ ਜਿਹੜਾ ਹੈ, ਕੌਲਾ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਗੰਦਗੀ ਦੇ ਵਿੱਚ ਸੁੱਟ ਦਿੱਤਾ। ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਔਰ ਵੀ ਜਿਹੜੇ ਸੇਵਕ ਸਨ, ਉਹਨਾਂ ਨੂੰ ਵੀ ਕਿਹਾ ਕਿ ਜਾਓ ਭਾਈ ਜਾ ਕਰਕੇ ਭਾਂਡਾ ਕੱਢ ਕੇ ਲੈ ਕੇ ਆਓ। ਤੇ ਉਹਨਾਂ ਨੇ ਕਹਿ ਦਿੱਤਾ ਮਹਾਰਾਜ ਭਾਂਡਿਆਂ ਦੀ ਥੋੜੀ ਸਾਡੇ ਕੋਲ ਕਮੀ ਹੈ, ਇਹ ਭਾਂਡਾ ਤਾਂ ਗੰਦਗੀ ਦੇ ਵਿੱਚ ਗਿਰ ਗਿਆ, ਲਿਬੜ ਗਿਆ, ਇਹ ਕੋਈ ਕੰਮ ਦਾ ਨਹੀਂ ਹੋਵੇਗਾ, ਇਹੋ ਜਿਹੇ ਬੜੇ ਭਾਂਡੇ ਬਣਾ ਲਵਾਂਗੇ, ਇਹਨੂੰ ਰਹਿਣ ਦਿਓ। ਮਹਾਰਾਜ ਨੇ ਕਿਹਾ ਨਹੀਂ ਭਾਈ ਇਹੀ ਸਾਨੂੰ ਚਾਹੀਦਾ।
ਉਸ ਵੇਲੇ ਸਾਰਿਆਂ ਨੇ ਇਨਕਾਰ ਕਰ ਦਿੱਤਾ, ਲੇਕਿਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵਸਤਰਾਂ ਦੀ ਵੀ ਪਰਵਾਹ ਨਹੀਂ ਕੀਤੀ। ਸਤਿਗੁਰਾਂ ਨੇ ਜਦੋਂ ਉਹਨਾਂ ਦੇ ਵੱਲ ਵੇਖਿਆ, ਭੱਜ ਕੇ ਗਏ ਤੇ ਉਹ ਭਾਂਡਾ ਕੱਢ ਕੇ ਲਿਆਉਣਾ ਕੀਤਾ। ਬੇਅੰਤ ਗੁਰੂ ਕਰਦੇ ਮਹਾਰਾਜ ਜੀ ਨੇ ਸੇਵਾ ਕਰਨੀ ਕੀਤੀ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਅਖੀਰ ਦੇ ਵਿੱਚ ਧਾਨਖ ਦਾ ਰੂਪ ਧਾਰਨ ਕਰਨਾ ਕੀਤਾ, ਇਹ ਸਭ ਤੋਂ ਸਖਤ ਪਰਚਾ ਪਾਤਸ਼ਾਹ ਜੀ ਨੇ ਇਹ ਪਾ ਦਿੱਤਾ ਸੀ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਸ਼੍ਰੀ ਰਾਗ ਦੇ ਵਿੱਚ ਵੀ ਇਹ ਬਚਨ ਕੀਤਾ ਕਿ ਏਕ ਸਵਾਨ ਦੋਏ ਸਵਾਨੀ ਨਾਲ, ਭਲ ਕੇ ਭੌਂਕੇ ਸਦਾ ਬਿਆਲ, ਊਰ ਛੁਰਾ ਮੁੱਠਾ ਮੁਰਦਾਰ ਧਾਨਕ, ਰੂਪ ਰਹਾ ਕਰਤਾਰ, ਮੈਂ ਪਤ ਕੀ ਪੰਦ ਨਹੀਂ ਕਰਨੀ ਕੀ ਕਾਰ ਹਾਂ, ਬਿਗੜਾ ਰੂਪ ਰਹਾ ਕਰਤਾਰ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ। ਮਹਾਰਾਜ ਜੀ ਨੇ ਇਹ ਬਚਨ ਉਚਾਰਨ ਕੀਤਾ। ਆਪ ਸਤਿਗੁਰੂ ਮਹਾਰਾਜ ਜੀ ਨੇ ਧਾਨਖ ਦਾ ਰੂਪ ਧਾਰਨ ਕਰ ਲਿਆ। ਧਾਨਖ ਦਾ ਮਤਲਬ ਜਿਹੜੇ ਆਦੀਵਾਸੀ ਨਰ ਪਕਸ਼ੀ ਸ਼ਿਕਾਰੀ ਲੋਕ ਹੁੰਦੇ ਹਨ, ਉਹ ਜਿਹਾ ਵਿਕਰਾਲ ਰੂਪ ਮਹਾਰਾਜ ਜੀ ਨੇ ਧਾਰਨ ਕੀਤਾ। ਵਿਦਵਾਨ ਸੱਜਣ ਇਸ ਰੂਪ ਦੇ ਬਾਬਤ ਵੀ ਉਹ ਜ਼ਿਕਰ ਕਰਦੇ ਕਿ ਸਿਰਫ ਮਹਾਰਾਜ ਜੀ ਨੇ ਤੇੜ ਕੁਪੀਨ ਧਾਰਨ ਕਰਨੀ ਕੀਤੀ, ਲੰਗੋਟਾ ਬੰਨਣਾ ਕੀਤਾ ਕਿ ਸਤਿਗੁਰਾਂ ਨੇ ਖਿਲਾਰ ਦਿੱਤੇ, ਤੇ ਹੱਥ ਵਿੱਚ ਮੋਟਾ ਸੋਟਾ ਪਾਤਸ਼ਾਹ ਜੀ ਨੇ ਧਾਰਨ ਕਰਨਾ ਕੀਤਾ। ਕਮਰ ਕਸੇ ਦੇ ਵਿੱਚ ਵੱਡਾ ਸ਼ੁਰਾ ਜਿਹੜਾ ਰੱਖ ਲਿਆ, ਤੇ ਹੱਥ ਦੇ ਵਿੱਚ ਜਿਸ ਤਰ੍ਹਾਂ ਸ਼ਿਕਾਰੀ ਲੋਕ ਤਨੁਖ ਬਾਣ ਰੱਖਦੇ ਹਨ, ਸਖਤ ਤਨੁਖ ਤੇ ਬਾਣਾ ਦਾ ਤੀਰਾਂ ਮਹਾਰਾਜ ਜੀ ਨੇ ਰੱਖ ਲਿਆ। 4-5 ਸ਼ਿਕਾਰੀ ਕੁੱਤੇ ਪਾਤਸ਼ਾਹ ਜੀ ਨੇ ਆਪਣੇ ਨਾਲ ਲੈ ਲਏ। ਵੇਖ ਕਰਕੇ ਸਾਰੇ ਲੋਕ ਦੰਗ ਹੋ ਗਏ, ਭਰਮਿਤ ਹੋ ਗਏ ਕਿ ਮਹਾਰਾਜ ਜੀ ਕੀ ਕੌਤਕ ਕਰ ਰਹੇ ਹਨ। ਜਿਹੜੇ ਕੱਚੇ ਪਿੱਲੇ ਉਹ ਤਾਂ ਸਾਰੇ ਦੌੜ ਗਏ, ਭੱਜ ਗਏ। ਜਿਨ੍ਹਾਂ ਦੀ ਥੋੜੀ ਬਹੁਤ ਸ਼ਰਧਾ ਭਾਵਨਾ ਸੀ, ਉਹ ਫਿਰ ਵੀ ਰਹੇ ਮਹਾਰਾਜ ਜੀ ਦੇ ਕੋਲ। ਜਦੋਂ ਜਿਹੜਾ ਵੀ ਸਿੱਖ ਮਹਾਰਾਜ ਜੀ ਦੇ ਲਾਗੇ ਜਾਂਦਾ, ਸਤਿਗੁਰੂ ਮਹਾਰਾਜ ਜੀ ਡੰਡੇ ਦੇ ਨਾਲ ਉਹਨੂੰ ਮਾਰਦੇ ਸਨ। ਇਸ ਤਰ੍ਹਾਂ ਮਾਰ ਮਾਰ ਕਰਕੇ ਕਈਆਂ ਦੀਆਂ ਹਾਡੀਆਂ ਭੰਨ ਦਿੱਤੀਆਂ, ਕਈਆਂ ਦਾ ਸਿਰ ਭੰਨਿਆ ਗਿਆ। ਫਿਰ ਇਹ ਵੀ ਜਦੋਂ ਪਰਚਾ ਪਾ ਦਿੱਤਾ, ਕਈ ਲੋਕ ਇਹ ਸਖਤ ਪਰਚਾ ਵੇਖ ਕਰਕੇ ਦੌੜ ਗਏ, ਭੱਜ ਗਏ। ਅਖੀਰ ਨੂੰ ਸਾਧ ਸੰਗਤ ਜੀ ਬਹੁਤ ਥੋੜੇ ਗੁਰਮੁਖ ਪਿਆਰੇ ਜਿਹੜੇ ਹਨ ਉਹ ਰਹਿ ਗਏ। ਇਹਨਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਆਦਿਕ ਔਰ ਵੀ ਕੁਝ ਗੁਰਮੁਖ ਪਿਆਰੇ ਸੀ। ਫਿਰ ਸਤਿਗੁਰੂ ਮਹਾਰਾਜ ਜੀ ਨੇ ਫਿਰ ਜਾਂਦਿਆਂ ਜਾਂਦਿਆਂ ਜੰਗਲ ਦੇ ਵੱਲ ਜਾ ਰਹੇ ਸੀ। ਚਾਂਦੀ ਦੇ ਸਿੱਕੇ ਪਾਤਸ਼ਾਹ ਜੀ ਨੇ ਸੁੱਟ ਦਿੱਤੇ। ਜਿਹੜੇ ਧਨ ਦੇ ਲਾਲਚੀ ਸਨ, ਉਹਨਾਂ ਨੇ ਚਾਂਦੀ ਦੇ ਸਿੱਕੇ ਲੈ ਕਰਕੇ ਵਾਪਸ ਮੁੜ ਗਏ। ਫਿਰ ਬਾਅਦ ਦੇ ਵਿੱਚ ਸੋਨਾ ਜਿਹੜਾ ਹੈ ਉਹ ਸੋਨੇ ਦੀਆਂ ਮੋਹਰਾਂ ਸੁੱਟਣੀਆਂ ਕੀਤੀਆਂ। ਕੁਝ ਲੋਕ ਉਹ ਲੈ ਕਰਕੇ ਵਾਪਸ ਆ ਗਏ, ਕੋਈ ਹੀਰਾ ਮੋਤੀ ਲੈ ਕਰਕੇ ਆ ਗਿਆ। ਅਖੀਰ ਨੂੰ ਬਾਬਾ ਬੁੱਢਾ ਸਾਹਿਬ ਜੀ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਰਹਿ ਗਏ। ਮਹਾਰਾਜ ਜੀ ਨੇ ਬਚਨ ਕੀਤਾ ਕਿ ਪੁਰਖਾ ਸਾਰੇ ਤਾਂ ਚੱਲ ਗਏ, ਤੁਸੀਂ ਕਿਉਂ ਸਾਡੇ ਮਗਰ ਆ ਰਹੇ ਹੋ? ਤੁਸੀਂ ਵੀ ਨਿਕਲ ਜਾਓ, ਇੱਥੋਂ ਭੱਜ ਜਾਓ। ਉਸ ਵੇਲੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਸਤਿਗੁਰੂ ਮਹਾਰਾਜ ਜਿਨ੍ਹਾਂ ਦਾ ਥਾਂ ਟਿਕਾਣਾ ਸੀ, ਜਿਨ੍ਹਾਂ ਦੇ ਆਪਣੇ ਘਰ ਸਨ, ਉਹ ਆਪਣੇ ਟਿਕਾਣੇ ਆਪਣੇ ਘਰ ਨੂੰ ਚੱਲ ਗਏ। ਮੇਰਾ ਤਾਂ ਟਿਕਾਣਾ ਵੀ ਤੁਸੀਂ ਹੋ, ਮੇਰਾ ਦਰ ਘਰ ਤੁਸੀਂ ਹੋ, ਤੁਹਾਨੂੰ ਛੱਡ ਕਰਕੇ ਮੈਂ ਕਿੱਥੇ ਜਾ ਸਕਦਾ? ਮਰ ਜਾਵਾਂਗਾ, ਖਤਮ ਹੋ ਜਾਵਾਂਗਾ, ਲੇਕਿਨ ਤੁਹਾਡਾ ਦਰ, ਤੁਹਾਡਾ ਸਾਥ ਨਹੀਂ ਛੱਡਣਾ ਹੈ। ਜਦੋਂ ਇਹ ਬਚਨ ਉਚਾਰਨ ਕੀਤਾ, ਮਹਾਰਾਜ ਨੇ ਕਿਹਾ ਇੰਨਾ ਵਿਸ਼ਵਾਸ ਹੈ, ਇੰਨਾ ਭਰੋਸਾ ਹੈ? ਕਿਹਾ ਹਾਂ ਸੱਚੇ ਪਾਤਸ਼ਾਹ ਜੀ। ਪਾਤਸ਼ਾਹ ਜੀ ਨੇ ਕਿਹਾ ਫਿਰ ਜੋ ਅਸੀਂ ਬੋਲਾਂਗੇ ਉਹ ਕਰੋਗੇ? ਪਾਤਸ਼ਾਹ ਨੇ ਕਿਹਾ ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ। ਉੱਥੇ ਸਾਧ ਸੰਗਤ ਜੀ ਮਰਿਆ ਹੋਇਆ ਮੁਰਦਾ ਪਿਆ ਹੋਇਆ ਸੀ, ਚਿੱਟਾ ਬਸਤਰ ਉਹਦੇ ਉੱਤੇ ਢੱਕਿਆ ਹੋਇਆ। ਪਾਤਸ਼ਾਹ ਜੀ ਨੇ ਕਿਹਾ ਜੇ ਸਾਡਾ ਬਚਨ ਮੰਨਣਾ ਤੇ ਆ ਮੁਰਦਾ ਜਿਹੜਾ ਨਾ, ਇਹ ਮੁਰਦੇ ਨੂੰ ਤੁਸੀਂ ਖਾਣਾ ਕਰੋ, ਇਹਨੂੰ ਛਕਣਾ ਕਰੋ। ਇਹ ਸੁਣ ਕਰਕੇ ਬਾਬਾ ਬੁੱਢਾ ਸਾਹਿਬ ਜੀ ਵੀ ਸਾਧ ਸੰਗਤ ਜੀ ਅਖੀਰ ਵਿੱਚ ਉਹਨਾਂ ਨੇ ਫਿਰ ਦਰਖਤ ਦਾ ਓਲਾ ਲੈ ਲਿਆ, ਉਹ ਵੀ ਪਿੱਛੇ ਹਟ ਗਏ। ਲੇਕਿਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਆਏ, ਉਹ ਮੁਰਦੇ ਦੇ ਵੱਲ ਜਾ ਕਰਕੇ ਹੱਥ ਜੋੜ ਕਰਕੇ ਖੜ ਗਏ। ਪਾਤਸ਼ਾਹ ਜੀ ਨੇ ਕਿਹਾ ਕਿ ਫਿਰ ਦੇਰੀ ਕਿਉਂ ਕਰ ਰਹੇ ਹੋ, ਤੇ ਛਕੋ ਨਾ ਤੁਸੀਂ ਮੁਰਦਾ। ਤੇ ਮਹਾਰਾਜ ਨੇ ਕਿਹਾ ਪਾਤਸ਼ਾਹ ਜੀ ਦੱਸੋ ਤਾਂ ਸਹੀ, ਕਿੱਥੋਂ ਮੈਂ ਆਰੰਭ ਕਰਨਾ ਕਰਾਂ, ਕਿੱਥੋਂ ਇਹਨੂੰ ਛਕਣਾ ਕਰਾਂ? ਮਹਾਰਾਜ ਨੇ ਕਿਹਾ ਪੈਰਾਂ ਦੇ ਵੱਲ ਦੀ ਇਹਨੂੰ ਛਕਣਾ ਕਰੋ। ਇਹ ਕਹਿ ਕਰਕੇ ਪਾਤਸ਼ਾਹ ਜੀ ਨੇ ਕਿਹਾ ਸਦ ਬਚਨ ਸਤਿਗੁਰੂ,
ਤੇ ਫਿਰ ਹੱਥ ਜੋੜ ਕਰਕੇ ਉਚਾਰਨ ਕੀਤਾ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਕਹਿ ਕਰਕੇ ਸਾਧ ਸੰਗਤ ਜੀ ਜਦੋਂ ਬਸਤਰ ਜਿਹੜਾ ਪਰਦਾ ਜਿਹੜਾ ਕੱਜਿਆ ਹੋਇਆ ਸੀ ਉਹਨੂੰ ਪਾਸੇ ਕੀਤਾ, ਕੀ ਤੱਕਦੇ ਅੰਦਰ ਕੜਾ ਪ੍ਰਸ਼ਾਦੀ ਦੇਗ ਹੈ। ਕੜਾ ਪ੍ਰਸ਼ਾਦੀ ਦੇਗ ਵੇਖ ਕਰਕੇ ਹੱਥ ਜੁੜ ਗਏ। ਮਹਾਰਾਜ ਜੀ ਗਦਗਦ ਹੋ ਗਏ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਬੇਟਾ ਤੈਨੂੰ ਕਿਹਾ ਸੀ ਨਾ ਜਦੋਂ ਤੁਸੀਂ ਆਏ, ਅਸੀਂ ਕਿਹਾ ਕਿ ਇਹ ਲੈਣਦਾਰ ਹੈ ਤੇ ਅਸੀਂ ਦੇਣਦਾਰ ਹਾਂ, ਤੇ ਲੈਣ ਵਾਲਾ ਜਿਹੜਾ ਚੜ ਕੇ ਆਉਂਦਾ ਤੇ ਦੇਣਦਾਰ ਜਿਹੜਾ ਉਹ ਨੰਗੇ ਪੈਰੀ ਅੱਗੇ ਜਾਂਦਾ ਹੈ। ਸਾਨੂੰ ਉਸੇ ਵੇਲੇ ਪਤਾ ਸੀ ਕਿ ਤੁਸੀਂ ਇਸ ਦਰ ਘਰ ਦੇ ਮਾਲਕ ਬਣ ਕੇ ਆਏ ਹੋ। ਅੱਜ ਸਾਰੀਆਂ ਪ੍ਰੀਖਿਆਵਾਂ ਦੇ ਵਿੱਚੋਂ ਤੁਸੀਂ ਪਾਸ ਹੋ ਗਏ। ਜਾਂ ਸੁਧੋਸ ਤਾਂ ਲਹਿਣਾ ਟਿਕਿਓ ਨਾ। ਤੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਗਲਵਕੜੀ ਦੇ ਵਿੱਚ ਲੈ ਕਰਕੇ ਆਪਣੇ ਛਾਤੀ ਦੇ ਨਾਲ ਲਾ ਕਰਕੇ ਬਚਨ ਕੀਤਾ, ਅੱਜ ਤੋਂ ਤੁਸੀਂ ਲੈਣਾ ਨਹੀਂ ਹੋ, ਅੱਜ ਤੋਂ ਤੁਸੀਂ ਮੇਰਾ ਸੀਨਾ ਹੋ, ਮੇਰਾ ਅੱਧਾ ਅੰਗ ਹੋ। ਇਹ ਕਹਿ ਕਰਕੇ ਮਹਾਰਾਜ ਜੀ ਨੇ ਫਿਰ ਤਖੱਲਸ ਲਾ ਦਿੱਤਾ, ਬਚਨ ਕੀਤਾ ਕਿ ਅੱਜ ਤੋਂ ਤੁਹਾਡਾ ਨਾਮ ਗੁਰੂ ਅੰਗਦ ਦੇਵ ਜੀ ਮਹਾਰਾਜ ਹੋਵੇਗਾ। ਇੰਜ ਕਹਿ ਕਰਕੇ ਅੱਜ ਦੇ ਦਿਹਾੜੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਸ਼ੁਭਾਇਮਾਨ ਕਰਨਾ ਕੀਤਾ। ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਬੁੱਢਾ ਸਾਹਿਬ ਜੀ ਗੁਰਤਾ ਗੱਦੀ ਦਾ ਤਿਲਕ ਤੁਸੀਂ ਲਾਓ। ਤੇ ਅੱਜ ਦੇ ਦਿਨ ਗੁਰਤਾ ਗੱਦੀ ਦਾ ਤਿਲਕ ਜਿਹੜਾ ਲਵਾਇਆ ਗਿਆ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਮੁਖ ਮਸਤਕ ਦੇ ਉੱਤੇ, ਪਾਤਸ਼ਾਹ ਜੀ ਨੇ ਫਿਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕਰਕੇ ਪ੍ਰਦਖਣਾ ਕਰਨੀ ਕੀਤੀ। ਬਚਨ ਕੀਤਾ ਕਿ ਪੁਰਖਾਂ ਹੁਣ ਆਪ ਜੀ ਖਡੂਰ ਸਾਹਿਬ ਦੇ ਵਿੱਚ ਬੈਠ ਖਡੂਰੈ ਜੋਤ ਜਗਾਈ। ਖਡੂਰ ਸਾਹਿਬ ਦੇ ਵਿੱਚ ਜਾ ਕਰਕੇ ਆਪ ਜੀ ਜੋਤ ਜਗਾਉਣਾ ਕਰੋ। ਫਿਰ ਅੱਜ ਤੋਂ ਸਾਧ ਸੰਗਤ ਜੀ ਤਕਰੀਬਨ 10ਵੀਂ ਅੱਜ 5ਵੀਂ ਵਾਲੇ ਦਿਹਾੜੇ ਗੁਰਤਾ ਗੱਦੀ ਦੇ ਉੱਤੇ ਸ਼ੁਭਾਇਮਾਨ ਕਰਨਾ ਕੀਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੂੰ। ਤੇ ਫਿਰ 10ਵੀਂ ਵਾਲੇ ਦਿਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਤਨ ਦਾ ਪਰਦਾ ਜਿਹੜਾ ਕੱਜ ਲਿਆ। ਮਹਾਰਾਜ ਜੀ ਨੇ ਕਾਰਨ ਕਰਨਾ ਕੀਤਾ। ਭਾਈ ਸੱਤਾ ਅਤੇ ਬਲਵੰਡ ਜੀ ਨੇ ਮਹਾਰਾਜ ਜੀ ਦੀ ਸਤਿ ਕੀਤੀ। ਉਹਦੇ ਵਿੱਚ ਬਚਨ ਕੀਤਾ ਕਿ ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਹੀ ਖੱਟੀਐ, ਜੋਤ 오ਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਉਹੀ ਜੋਤ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ, ਉਹੀ ਸਾਧ ਸੰਗਤ ਜੀ ਪਾਤਸ਼ਾਹ ਜੀ ਦੀ ਜਿਹੜੀ ਨਿਰਮਲ ਜੁਗਤੀ ਨਿਰਮਲ ਮਾਰਗ ਹੈ। ਜੋਤ ਅਤੇ ਜੁਗਤ ਉਹੀ ਹੈ, ਲੇਕਿਨ ਅੱਜ ਕਾਇਆ ਪਲਟ ਗਈ, ਅੱਜ ਸਰੀਰ ਪਲਟ ਗਿਆ। ਪਹਿਲੇ ਗੁਰੂ ਨਾਨਕ ਦੇ ਸਰੀਰ ਦੇ ਵਿੱਚ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਗੁਰ ਪਰਮਾਤਮਾ ਦੀ ਜੋਤ ਵਿਰਾਜਮਾਨ ਸੀ। ਅੱਜ ਬਸਤਰ ਬਦਲ ਗਿਆ, ਤਨ ਬਦਲ ਗਿਆ। ਜੋਤ ਉਹੀ ਹੈ, ਜੁਗਤ ਵੀ ਉਹੀ ਹੈ, ਕਾਇਆ ਜਿਹੜੀ ਹੈ ਉਹ ਪਲਟ ਗਈ। ਸਹਿ ਕਾਇਆ ਫੇਰ ਪਲਟੀਐ, ਝੁੱਲੈ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਤੇ ਫਿਰ ਕਰਹਿ ਜੇ ਗੁਰ ਫਰਮਾਇਆ, ਕਿਉਂ ਇਹ ਤੋਂ ਬੋਲੋ ਹਟੀਐ। ਤੇ ਇਹ ਬਚਨ ਸਤਿਗੁਰੂ ਮਹਾਰਾਜ ਜੀ ਨੇ ਜੋ ਕਰਨਾ ਕੀਤਾ। ਫਿਰ ਅਖੀਰ ਦੇ ਵਿੱਚ ਇਹਨਾਂ ਨੇ ਬਚਨ ਕੀਤਾ ਕਿ ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ, ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਕਿ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਹੜਾ ਵੀ ਆਪ ਜੀ ਦੇ ਦਰਸ਼ਨ ਦਿਦਾਰੇ ਕਰ ਲੈਂਦਾ ਹੈ, ਉਹਦੇ ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਹੈ ਉਹ ਕੱਟੀ ਜਾਂਦੀ ਹੈ, ਉਹਦੀ ਮੈਲ ਜਿਹੜੀ ਹੈ ਲੈ ਜਾਂਦੀ ਹੈ। ਇਸ ਤਰ੍ਹਾਂ ਬੇਅੰਤ ਬਖਸ਼ਿਸ਼ਾਂ ਦੇ ਕਰਕੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅੱਜ ਗੁਰਤਾ ਗੱਦੀ ਦੇ ਉੱਤੇ ਸ਼ੁਭਾਇਮਾਨ ਕਰਨਾ ਕੀਤਾ। ਇਹ ਦਿਹਾੜਾ ਆਪਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਬਣਾ ਰਹੇ ਹਾਂ। ਆਪ ਸਾਰਿਆਂ ਨੂੰ ਇਸ ਪਾਵਨ ਦਿਹਾੜੇ ਦੀ ਹਾਰਦਿਕ ਤੌਰ ਤੇ ਵਧਾਈ ਹੋਵੇ। ਆਓ ਸਾਧ ਸੰਗਤ ਜੀ ਰਹਿੰਦੇ ਸਮੇਂ ਦੇ ਵਿੱਚ 8ਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦਾ ਜੋ ਪਾਵਨ ਲੜੀਵਾਰ ਇਤਿਹਾਸ ਚੱਲ ਰਿਹਾ ਉਹਨੂੰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਪ੍ਰੇਮ ਅਤੇ ਸਤਿਕਾਰ ਦੇ ਨਾਲ ਉਚਾਰਨ ਕਰਨਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ। ਅਗਲੀ ਭਈ ਪ੍ਰਭਾਤ ਜਬ ਸੌਚ ਸਮੇਤ ਇਸ਼ਨਾਨ। ਇਸ ਤਰ੍ਹਾਂ ਸਾਧ ਸੰਗਤ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਦੀ ਪਾਵਨ ਧਰਤੀ ਤੇ ਪਾਤਸ਼ਾਹ ਜੀ ਵਿਰਾਜਮਾਨ ਹਨ। ਜਦੋਂ ਅਗਲਾ ਦਿਨ ਚੜਿਆ ਸੌਂਚ ਕਿਰਿਆ ਇਸ਼ਨਾਨ ਆਦਿਕ ਕਰਕੇ ਘਰ ਬੈਠੇ ਸ੍ਰੀ ਸਤਿਗੁਰੂ ਜਿਨ ਦਰਸ਼ਨ ਸੁਖ ਖਾਨ। ਜਿਨ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਸੁਖਾਂ ਦੀ ਖਾਨ ਹਨ। ਇਹੋ ਜਿਹੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਤਿਆਰ ਪ੍ਰਤਿਆਰ ਹੋ ਕਰਕੇ ਗੁਰੂ ਘਰ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇਣ ਦੇ ਲਈ ਬੈਠ ਗਏ। ਪਈ ਆਦ ਗੁਰਬਖਸ਼ ਮਸੰਦ ਬਿਲੰਦ। ਮਹਾਰਾਜ ਜੀ ਦੇ ਕੋਲ ਪਾਈ ਗੁਰਬਖਸ਼ ਆਦਿਕ ਜਿਹੜਾ ਮਸੰਦ ਹੈ। ਹਰਪੁਰ ਕੇ ਸਿੱਖ ਸੇਵਕ ਬ੍ਰਿੰਦ। ਔਰ ਵੀ ਦਿੱਲੀ ਨਗਰ ਦੇ ਜਿਹੜੇ ਸੇਵਕ ਸਿੱਖ ਆਦਿਕ ਸਭ ਮਿਲ ਕਰ ਦਰਸ਼ਨ ਕੋ ਆਏ। ਇਹ ਸਾਰੇ ਗੁਰਮੁਖ ਪਿਆਰੇ ਜਿਹੜੇ ਹਨ ਨਾਮ ਬਾਣੀ ਦੇ ਰਸੀਏ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਚੱਲ ਚੱਲ ਕੇ ਆ ਰਹੇ ਹਨ। ਘਰ ਜੋ ਰਹਿ ਪਗ ਸੀਸ ਨਿਵਾਏ। ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਨਿਵਾ ਕਰਕੇ ਹੱਥ ਜੋੜਦੇ ਹਨ। ਦਰਸ਼ਨ ਪਰ ਹੋਵਤ ਬਲਹਾਰੀ। ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਗੁਰੂ ਜੀ ਕੇ ਦਰਸ਼ਨ ਕੋ ਬਲ ਜਾਓ। ਜਬ ਜਬ ਜੀਵਾਂ ਸਤਿਗੁਰ ਨਾਓ। ਮਹਾਰਾਜ ਜੀ ਦੇ ਦਰਸ਼ਨਾਂ ਦੇ ਉੱਤੇ ਵਾਰੇ ਬਲਹਾਰੇ ਜਾ ਰਹੇ ਹਨ। ਸ਼ਰਧਾ ਧਰ ਕਰ ਨਰ ਨਾਰੀ। ਇਸ ਤਰ੍ਹਾਂ ਕੀ ਮਨੁੱਖ ਤੇ ਕੀ ਇਸਤਰੀਆਂ ਮਨ ਦੇ ਵਿੱਚ ਬਹੁਤ ਡਾਢੀ ਸ਼ਰਧਾ ਨੂੰ ਧਾਰਨ ਕਰਕੇ ਬਾਲ ਆਰਬਲ ਮਾਧੁਰ ਮੂਰਤ। ਜੋ ਬਾਲ ਆਰਬਲਾ ਦੇ ਵਿੱਚ ਮਾਧੁਰੀ ਜਿਨ੍ਹਾਂ ਦੀ ਮੂਰਤ ਹੈ। ਦੀਪਤ ਵਿਭੂਖਨ ਸੁੰਦਰ ਸੂਰਤ। ਜਿਨ੍ਹਾਂ ਦੇ ਸੁੰਦਰ ਸੂਰਤ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਗਹਿਣੇ ਜਿਹੜੇ ਹਨ ਸ਼ੁਭਾਇਮਾਨ ਹੋ ਰਹੇ ਹਨ। ਚਪਲ ਬਿਲੋਚਨ ਬੋਲਤ ਬਾਤੀ। ਸਤਿਗੁਰੂ ਮਹਾਰਾਜ ਜੀ ਦੇ ਲੋਚਨ ਬੜੇ ਚਪਲ ਹਨ। ਬੜੇ ਮਧੁਰਾੜੀ ਧੁਨੀ ਦੇ ਵਿੱਚ ਪਾਤਸ਼ਾਹ ਜੀ ਬਚਨ ਕਰਦੇ। ਦੰਤ ਪੰਕਤੀ ਹੀਰਨ ਕ੍ਰਾਂਤੀ। ਮਹਾਰਾਜ ਜੀ ਦੇ ਜਿਹੜੇ ਦੰਦ ਹਨ ਜਦੋਂ ਦੰਦਾਂ ਦੇ ਦਰਸ਼ਨ ਕਰਦੇ ਆ ਇੰਜ ਲੱਗਦਾ ਕਿ ਹੀਰੇ ਤਾਂ ਨਹੀਂ ਜੜਤ ਹਨ। ਦਿਸ਼ ਦੇਖਤ ਦ੍ਰਿਗਨ ਚਲਾਏ। ਜਿਸ ਪਾਸੇ ਵੀ ਸਤਿਗੁਰੂ ਮਹਾਰਾਜ ਜੀ ਨੇਤਰ ਲਾ ਕਰਕੇ ਦਰਸ਼ਨ ਕਰਦੇ ਵੇਖਦੇ। ਰੁਜ ਹਰ ਜਨ ਅੰਮ੍ਰਿਤ ਬਰਖਾਏ। ਰੁਜ ਹਰ ਰੁਜ ਦਾ ਮਤਲਬ ਸਤਿਗੁਰੂ ਮਹਾਰਾਜ ਜਿਨ੍ਹਾਂ ਦੇ ਵੱਲ ਵੀ ਵੇਖਦੇ ਹਨ ਉਹਨਾਂ ਦੀ ਸਾਰੀ ਪੀੜਾ ਜਿਹੜੀ ਹੈ ਉਹਨਾਂ ਦੀ ਦੁੱਖ ਉਹਨਾਂ ਦੀਆਂ ਤਕਲੀਫਾਂ ਉਹਨਾਂ ਦੇ ਰੋਗ ਜਿਹੜੇ ਹਨ ਕੱਟੇ ਜਾ ਰਹੇ ਹਨ ਤੇ ਉਹਨਾਂ ਦੇ ਉੱਤੇ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਮਹਾਰਾਜ ਨੇ ਕਿਹਾ ਨਾ ਕਿ ਤੁਧ ਡਿਠੈ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀ ਹੈ। ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਹਾਡੇ ਦਰਸ਼ਨ ਦਿਦਾਰੇ ਕਰਨ ਮਾਤਰ ਕਰਕੇ ਜਨਮਾਂਤਰਾਂ ਦੀ ਮਲ ਜਿਹੜੀ ਆ ਇਹ ਕੱਟੀ ਜਾਂਦੀ ਹੈ। ਧੰਨ ਗੁਰੂ ਗੁਰ ਧੰਨ ਉਚਾਰਾ। ਸਾਰੀ ਸੰਗਤ ਉਚਾਰਨ ਕਰਦੀ ਹੈ। ਆਪਾਂ ਵੀ ਸਾਧ ਸੰਗਤ ਜੀ ਉਚਾਰਨ ਕਰਨਾ ਕਰੀਏ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸੁਖਦ ਸੁਸ਼ੀਲ ਸਿੱਖ ਹਿਤਕਾਰਾ। ਸਾਰੇ ਕਹਿੰਦੇ ਸਤਿਗੁਰੂ ਮਹਾਰਾਜ ਸੁੱਖਾਂ ਦੇ ਦਾਤੇ ਅੰਤਰਜਾਮੀ ਤੇ ਸਿੱਖਾਂ ਦੇ ਹਿਤਕਾਰ ਹਨ। ਇਸ ਛਿਨ ਮਹਿ ਗੁਰਬਖਸ਼ ਮਸੰਦ। ਉਸ ਵੇਲੇ ਜਿਹੜਾ ਮਹਾਰਾਜ ਜੀ ਦੇ ਦਰ ਕਰਦਾ ਮਸੰਦ ਭਾਈ ਗੁਰਬਖਸ਼ ਜੋ ਹੈ ਬੋਲਿਓ ਬਾਕ ਹਾਥ ਜੁਗ ਦੋਵੇਂ ਹੱਥ ਜੋੜ ਕਰਕੇ ਉਹਨੇ ਬਚਨ ਕਰਨਾ ਕੀਤਾ ਹੈ ਬਿਦਤ ਬਿਲੰਦ ਬ੍ਰਿਤਾਂਤ। ਤੇ ਕਹਿਣ ਲੱਗਾ ਸਤਿਗੁਰੂ ਮਹਾਰਾਜ ਨਗਰ ਦੇ ਵਿੱਚ ਘਰ ਘਰ ਦੇ ਵਿੱਚ ਇਹ ਬ੍ਰਿਤਾਂਤ ਫੈਲ ਗਿਆ ਪਸਰ ਗਿਆ। ਮੇਰ ਮਿਲ ਕਰਤ ਪਰਸਪਰ ਬਾਤ। ਲੋਕੀ ਆਪਸ ਦੇ ਵਿੱਚ ਮਿਲ ਮਿਲ ਕਰਕੇ ਇਹ ਗੱਲਾਂ ਬਾਤਾਂ ਪਏ ਕਰ ਰਹੇ ਹਨ। ਨੌਰੰਗ ਸ਼ਾਹ ਸਭਾ ਮਹਿ ਕਾਲੀ। ਹੁਣ ਸਾਡੇ ਬੰਦਿਆਂ ਨੇ ਜਿਹੜੇ ਉੱਥੇ ਸਰਕਾਰੀ ਦਰਬਾਰੀ ਕੰਮ ਕਰਨ ਵਾਲਿਆਂ ਨੇ ਜੋ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਕੰਮ ਕਰਦੇ ਉਹਨਾਂ ਨੇ ਵੀ ਇਹ ਸਾਡੇ ਤਾਈਂ ਬਚਨ ਕੀਤਾ ਕਰ ਆਪ ਕੋ ਭਇਓ ਵਿਸਾਲੀ। ਕਿ ਬਾਦਸ਼ਾਹ ਦੀ ਸਭਾ ਦੇ ਵਿੱਚ ਆਪ ਜੀ ਦਾ ਬਹੁਤ ਜ਼ਿਆਦਾ ਜਸ ਹੋ ਰਿਹਾ ਸੀ। ਬੜੋ ਭਰਾਤ ਤੁਮਰੋ ਤਹ ਗਇਓ। ਲੇਕਿਨ ਉਸ ਵੇਲੇ ਆਪ ਜੀ ਦਾ ਵੱਡਾ ਭਰਾ ਜਿਹੜਾ ਰਾਮ ਰਾਏ ਉਹ ਜਦੋਂ ਸਰਕਾਰੀ ਦਰਬਾਰੀ ਇਸ ਨੁਰੰਗੇ ਦੇ ਕੋਲ ਜਦੋਂ ਗਿਆ ਇਹਨੇ ਵੀ ਕਹਿਨ ਸੁਨਨ ਬਹੁ ਕੀਓ। ਉਹਨੇ ਵੀ ਜਦੋਂ ਸੁਣਨਾ ਕੀਤਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਤਾਂ ਬੜਾ ਜਸ ਹੋ ਰਿਹਾ
ਮੇਰੀ ਵਡਿਆਈ ਫਿੱਕੀ ਪੈ ਗਈ, ਉਹਨਾਂ ਦਾ ਜਸ ਬੜਾ ਹੋ ਰਿਹਾ ਹੈ। ਹੁਤੋ ਬੀਚ ਤਹ ਜੈਪੁਰ ਨਾਥ। ਉਥੇ ਫਿਰ ਦਰਬਾਰ ਦੇ ਵਿੱਚ ਜੈਪੁਰ ਦਾ ਰਾਜਾ ਵੀ ਜਿਹੜਾ ਜੈ ਸਿੰਘ ਉਹ ਵੀ ਖੜੋਤਾ ਹੋਇਆ ਸੀ। ਸੁਣੀ ਹੋਏਗੀ ਸਗਲੀ ਕਾਤ। ਉਹਨੇ ਇਹ ਸਾਰੀ ਗੱਲ ਸੁਣੀ ਹੋਈ ਸੀ ਤੇ ਉਹਨੇ ਆਪਣੇ ਬੰਦਿਆਂ ਨੂੰ ਦੱਸਿਆ, ਉਹਨਾਂ ਦੇ ਬੰਦਿਆਂ ਨੇ ਸਾਨੂੰ ਦੱਸਿਆ ਤੇ ਅਸੀਂ ਆਪ ਜੀ ਦੇ ਅੱਗੇ ਉਹ ਬੇਨਤੀ ਕਰ ਰਹੇ ਹਾਂ। ਜਥਾ ਜੋਗ ਸੋ ਕਹੈ ਸੁਨਾਏ। ਜਥਾ ਜੋਗ ਦੇ ਨਾਲ ਸਾਰੇ ਲੋਕਾਂ ਨੇ ਆਪ ਜੀ ਦਾ ਬੜਾ ਜਸ ਕੀਤਾ। ਸੁਨੀ ਸੁਨਾਈ ਕਹੀਐ ਕਾਏ। ਹੁਣ ਇਹ ਸੁਣੀ ਸੁਣਾਈ ਕੀ ਗੱਲ ਦੱਸੀਏ ਮਹਾਰਾਜ, ਇਹ ਪੱਕੀ ਗੱਲ ਹੈ ਕਿ ਸਰਕਾਰੀ ਦਰਬਾਰੀ ਵੀ ਜਿਹੜੇ ਉੱਥੇ ਬਾਦਸ਼ਾਹ ਦੇ ਕਾਰਕੁਨਾਂ ਨੇ ਵੀ ਆਪ ਜੀ ਦਾ ਬੜਾ ਜਸ ਕਰਨਾ ਕੀਤਾ। ਇਹ ਵਾਰਤਾਲਾਪ ਕਰਨ ਤੇ ਇਸ ਤਰ੍ਹਾਂ ਇਹ ਵਾਰਤਾਲਾਪ ਕਰ ਰਹੇ ਸਨ। ਬੋਲੇ ਸਤਿਗੁਰ ਧੀਰਜਵੰਤ। ਧੀਰਜਵੰਤ ਸਤਿਗੁਰੂ ਮਹਾਰਾਜ ਜੀ ਨੇ ਅੱਗੋਂ ਬਚਨ ਕਰਨਾ ਕੀਤਾ। ਕਹਣਾ ਪਰਮੇਸ਼ਰ ਕੇਰਾ। ਮਹਾਰਾਜ ਨੇ ਕਿਹਾ ਕਿ ਭਾਈ ਜਿਸ ਤਰ੍ਹਾਂ ਪ੍ਰਮਾਤਮਾ ਦਾ ਵਾਹਿਗੁਰੂ ਜੀ ਦਾ ਭਾਣਾ ਜੋ ਵਰਤਣ ਵਾਲਾ ਹੈ, ਹੋਏ ਅਵश्य ਫਿਰੈ ਨਹਿ ਫੇਰਾ। ਉਹ ਆਪਾਂ ਜਿੰਨਾ ਮਰਜੀ ਯਤਨ ਕਰਨਾ ਕਰੀਏ, ਲੇਕਿਨ ਉਹ ਭਾਣਾ ਜਿਹੜਾ ਹੈ ਉਹ ਵਰਤ ਕਰਕੇ ਹੀ ਰਹਿੰਦਾ। ਹੋ ਨਹੀਂ ਹੋ ਸੋ ਹੋਈ, ਲਿਖਿਓ ਲੇਖ ਜੋਈ। ਮਹਾਰਾਜ ਨੇ ਕਿਹਾ ਜਿਹੜਾ ਭਾਣਾ ਵਰਤਣਾ ਨਾ ਉਹ ਵਰਤ ਕੇ ਹੀ ਰਹਿੰਦਾ, ਭਾਵੇਂ ਜਿੰਨਾ ਮਰਜੀ ਬੰਦੇ ਉਹਦੇ ਵਿੱਚ ਲੱਖ ਉਹਦੇ ਵਿੱਚ ਰੋੜਾ ਪਾਉਣ, ਲੇਕਿਨ ਜੋ ਵਾਹਿਗੁਰੂ ਨੇ ਭਾਣਾ ਵਰਤਾਉਣਾ ਅੰਤ ਉਹਦਾ ਭਾਣਾ ਉਹਦਾ ਡੰਕਾ ਵੱਜਦਾ। ਇਸ ਕੀ ਸ਼ਾਨਬ ਚਲ ਹੈ ਨਾਹੀ। ਬੇਸ਼ੱਕ ਸੰਸਾਰ ਦੇ ਵਿੱਚ ਤਾਂ ਲੋਕਾਂ ਦੀ ਸਿਆਣਪ ਤਾਂ ਚੱਲ ਜਾਂਦੀ ਹੈ, ਲੇਕਿਨ ਉਹ ਸੱਚੇ ਪ੍ਰਮਾਤਮਾ ਦੇ ਕੋਲ ਚਤੁਰਾਈ ਸਿਆਣਪਾ ਕਿਤੇ ਕਾਮ ਨਾ ਆਈ ਹੈ। ਉਥੇ ਤਾਂ ਇਹ ਚਤੁਰਾਈਆਂ ਇਹ ਸਿਆਣਪਾਂ ਜਿਹੜੀਆਂ ਨਾ ਕੁਛ ਵੀ ਕੰਮ ਦੀ ਨਹੀਂ ਆਉਂਦੀ ਹੈ। ਬਚੈ ਸਿਆਣੇ ਬੁੱਧ ਬਲ ਮਾਹੀ। ਵੱਡੇ ਵੱਡੇ ਸਿਆਣੇ ਜਿਹੜੇ ਹਨ ਉਥੇ ਪਚ ਜਾਂਦੇ ਹਨ, ਪਲਚ ਕੇ ਰਹਿ ਜਾਂਦੇ। ਅੰਗੀਕਾਰ ਸਭਨ ਕੋ ਸੋਹੀ। ਕਿਉਂਕਿ ਵਾਹਿਗੁਰੂ ਦਾ ਭਾਣਾ ਨਾ ਭਾਵੇਂ ਭਰੇ ਮਨ ਦੇ ਨਾਲ ਕੀਤਾ ਜਾਵੇ ਜਾਂ ਖੁਸ਼ੀ ਖੁਸ਼ੀ ਕਰੋ, ਲੇਕਿਨ ਉਹਦਾ ਭਾਣਾ ਤਾਂ ਸਾਰਿਆਂ ਨੂੰ ਮੰਨਣਾ ਪੈਂਦਾ। ਜਿਮ ਰਜਾ ਈਸ਼ਵਰ ਕੀ ਹੋਈ। ਜਿਸ ਤਰ੍ਹਾਂ ਉਸ ਈਸ਼ਵਰ ਦੀ ਜੋ ਰਜਾ ਹੁੰਦੀ ਹੈ, ਸੁਭਾਇਕ ਹੋਏ ਸੋ ਹੋਏ। ਉਹ ਸਹਿਜ ਸੁਭਾਈ ਉਹਦਾ ਭਾਣਾ ਵਰਤਦਾ। ਹਰਖੈ ਹੇਰ ਭਗਤ ਜਨ ਜੋਏ। ਲੇਕਿਨ ਜਿਹੜੇ ਭਗਤ ਹੁੰਦੇ ਹਨ ਉਹ ਉਹਦੀ ਰਜ਼ਾ ਦੇ ਵਿੱਚ ਰਾਜੀ ਰਹਿੰਦੇ ਹਨ, ਉਹ ਬੜੇ ਪ੍ਰਸੰਨ ਹੁੰਦੇ। ਬੇਮੁਖ ਦੋਸ਼ ਆਰੋਪ ਹੈ ਹਰ ਮੈਂ। ਲੇਕਿਨ ਜਿਹੜੇ ਬੇਮੁਖ ਲੋਕ ਹੁੰਦੇ ਹਨ, ਬੇਮੁਖ ਹੋਏ RAM ਤੇ ਲਗਨ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵੇਮੁਖ ਬੰਦਾ ਰੱਬ ਦਾ ਭਾਣਾ ਮਿੱਠਾ ਕਰਕੇ ਨਹੀਂ ਮੰਨਦਾ। ਲਖੈ ਆਪ ਕੋ ਆਛੋ ਉਰਮੈ। ਉਹ ਬੇਮੁਖ ਲੋਕ ਕਹਿੰਦੇ ਜੀ ਇਹ ਭਾਣਾ ਚੰਗਾ ਨਹੀਂ ਹੈ, ਇਹ ਤਾਂ ਬੜੀ ਮਹਾਰਾਜ ਜੀ ਦੀ ਵਾਹਿਗੁਰੂ ਦੀ ਕਰੋਪੀ ਹੋ ਗਈ ਕਰਕੇ। ਜੋ ਪਰਲੋਕ ਸੁਧਾਰਿਓ ਚਾਹਤ। ਜਿਹੜੇ ਮਨੁੱਖ ਗੁਰਮੁਖ ਪਿਆਰੇ ਆਪਣਾ ਪਰਲੋਕ ਸੁਧਾਰਨਾ ਚਾਹੁੰਦੇ ਹਨ, ਭਾਣੋ ਮਾਨ ਪ੍ਰਸੰਨ ਉਮਾਹਤ। ਉਹ ਭਾਣਾ ਜਿਹੜਾ ਹੈ ਉਹ ਮਨ ਕਰਕੇ ਪ੍ਰਸੰਨਤਾ ਦੇ ਨਾਲ ਉਹਨੂੰ ਮੰਨਦੇ ਹਨ। ਗੁਰਮੁਖੋ ਯਾਦ ਰੱਖੋ, ਭਾਣਾ ਤਾਂ ਸਾਨੂੰ ਮੰਨਣਾ ਹੀ ਪੈਂਦਾ, ਭਾਵੇਂ ਹੱਸ ਕੇ ਮੰਨਿਆ ਜਾਵੇ, ਭਾਵੇਂ ਰੋ ਕੇ ਮੰਨਿਆ ਜਾਵੇ, ਭਾਣਾ ਤਾਂ ਵਰਤਦਾਨਾਂ ਨੂੰ ਮੰਨਣਾ ਹੀ ਪੈਂਦਾ। ਜੋ ਮਰਜੀ ਲੱਖ ਉਪਾਅ ਕਰੋ, ਭਾਣੇ ਨੂੰ ਟਾਲ ਨਹੀਂ ਸਕਦੇ ਹਾਂ। ਲੇਕਿਨ ਫਰਕ ਇੱਥੇ ਹੁੰਦਾ ਜਿਹੜੇ ਹੱਸ ਕੇ ਭਾਣੇ ਮੰਨ ਲੈਂਦੇ ਹਨ ਤੇ ਉਹਨਾਂ ਨੂੰ ਆਪਾਂ ਗੁਰਮੁਖ ਬੋਲਦੇ ਆ। ਜੋ ਭਾਣੇ ਨੂੰ ਫਿਰ ਕੌੜਾ ਕਰਕੇ ਮੰਨਦੇ, ਜੋ ਭਾਣੇ ਨੂੰ ਫਿਰ ਬਹੁਤ ਤਕਲੀਫਾਂ ਦੇ ਨਾਲ ਮੰਨਦੇ, ਉਹਨਾਂ ਨੂੰ ਮਨਮੁਖ ਕਿਹਾ ਜਾਂਦਾ। ਸਤਨਾਮ ਕੋ ਸਿਮਰਹਿ ਸਦਾ। ਮਹਾਰਾਜ ਜੀ ਨੇ ਕਿਹਾ ਇਸ ਕਰਕੇ ਭਾਈ ਭਾਣਾ ਤਾਂ ਵਰਤਣਾ ਹੀ ਹੈ। ਜੇ ਭਾਣਾ ਮੰਨਣ ਦੀ ਜਾਚ ਸਿੱਖਣੀ ਹੈ ਤੇ ਜਾਪ ਕਰਨਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਜਪਣਾ ਕਰੋ, ਇਹਦੇ ਨਾਲ ਭਾਣਾ ਮੰਨਣ ਦੀ ਜਾਚ ਪ੍ਰਾਪਤ ਹੋਵੇਗੀ। ਤਨ ਹੰਤਾ ਕੋ ਤਿਆਗਹਿ ਤਦਾ। ਜਿਹੜੀ ਤਨ ਹੰਤਾ ਜਿਹੜੀ ਹੈ ਉਹਦਾ ਤਿਆਗ ਕਰਨਾ ਕਰੋ, ਚੇਤਕ ਦਿਨ ਇਸ ਲੋਕ ਮਝਾਰਾ। ਕਿਉਂਕਿ ਇਸ ਸੰਸਾਰ ਦੇ ਵਿੱਚ ਕੁਝ ਕੋ ਦਿਨ ਹੀ ਜਿਹੜੇ ਹਨ ਉਹ ਬੰਦੇ ਨੂੰ ਪ੍ਰਾਪਤ ਹੁੰਦੇ ਹਨ। ਪਹੁੰਚਤ ਹਰ ਪ੍ਰਭ ਕੇ ਦਵਾਰਾ। ਫਿਰ ਉਹ ਗੁਰਮੁਖ ਪਿਆਰੇ ਇਹ ਤਨ ਦਾ ਤਿਆਗ ਕਰਕੇ
ਹਰੀ ਦੇ ਦਵਾਰ ਪਰਮਾਤਮਾ ਦਾ ਜਿਹੜਾ ਸੱਚਾ ਦਰਬਾਰ ਸੱਚਖੰਡ ਨੂੰ ਜਾ ਕਰਕੇ ਪ੍ਰਾਪਤ ਹੋ ਜਾਂਦੇ। ਪਰਮਾਰਥ ਕੋ ਸਦਾ ਸੰਭਾਰਤ। ਗੁਰਮੁਖ ਪਿਆਰੇ ਜਿਹੜੇ ਹਨ ਉਹ ਸਦਾ ਪਰਮਾਰਥ ਨੂੰ ਸਾਂਭਦੇ ਹਨ। ਜਗ ਲਾਗ ਜਨਮ ਨਹਿ ਹਾਰਤ। ਇਸ ਜਗਤ ਦੇ ਵਿੱਚ ਜਨਮ ਪਦਾਰਥ ਨੂੰ, ਇਹ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਂਦੇ। ਸਤਿਗੁਰ ਅੰਗ ਸੰਗ ਤਿਸ ਰਹਿ। ਇਹੋ ਜਿਹੇ ਗੁਰਮੁਖ ਪਿਆਰਿਆਂ ਦੇ ਸਤਿਗੁਰੂ ਮਹਾਰਾਜ ਸਦਾ ਅੰਗ ਸੰਗ ਰਹਿੰਦੇ ਹਨ। ਸੋ ਭਵ ਸਾਗਰ ਤਟ ਲਹਿ। ਇਸ ਤਰ੍ਹਾਂ ਦੇ ਜਿਹੜੇ ਗੁਰਮੁਖ ਪਿਆਰੇ ਭਵ ਸਾਗਰ ਦੇ ਵਿੱਚੋਂ ਉਹਨਾਂ ਦਾ ਪਾਰਾਵਾਰ ਹੋ ਜਾਂਦਾ, ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਹੈ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਦੀਆਂ। ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਹੈ ਅਪਰੰਪਰ ਹਰ ਹਰੇ। ਹੈ ਵੀ ਹੋਵਨਹਾਰ, ਹੈ ਸੰਤਾਂ ਕੈ ਸਦਾ ਸੰਗ। ਨਿਧਾਰਾ ਆਧਾਰ, ਹੈ ਠਾਕੁਰ ਹੋਂਦਾ ਸੁਰੋ ਮੈਂ। ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਰਾਖੀਆ ਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤਾ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਤਰੈ ਪਾਰ। ਜੋ ਸ਼ਰਧਾ ਸੇਵੈ ਗੁਰ ਪਾਰ ਤਾਰਨ, ਕਥਾ ਨਿਤਾਰਤ ਹੈ। ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਆਹੋ ਆਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਜੋਜੀ ਪਿਆਰੇ ਗੋਬਿੰਦ ਸਿੰਘ ਜੀ, ਜੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ, ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ।
ਕਥਾ ਵਿਚਾਰਾਂ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋਨੇਹਾ